ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹਉ ਤਿਸ ਪਹਿ ਆਪ ਵਿਚਾਈ। ਦਰਸ਼ਨ ਹਰ ਦੇਖਨ ਕੈ ਤਾਈ। ਕਿਰਪਾ ਕਰਹਿ ਤਾਂ ਸਤਿਗੁਰ ਮਿਲੇ। ਹਰ ਹਰ ਨਾਮ ਧਿਆਈ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹਉ ਤਿਸ ਪਹਿ ਆਪ ਵਿਚਾਈ। ਦਰਸ਼ਨ ਹਰ ਦੇਖਨ ਕੈ ਤਾਈ। ਕਿਰਪਾ ਕਰਹਿ ਤਾ ਸਤਿਗੁਰ ਮਿਲੇ। ਹਰ ਹਰ ਨਾਮ ਧਿਆਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ੇ ਹੋਏ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਗੁਰੂ ਜੀ ਦੇ ਬਖਸ਼ੇ ਹੋਏ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਥਾਨ ਵਿੱਚੋਂ ਜੋ ਅੱਜ ਆਵਾਜ਼ਾਂ ਸਾਨੂੰ ਪ੍ਰਾਪਤ ਹੋਇਆ ਹੈ, ਜਿਹਨੂੰ ਅੱਜ ਅਸੀਂ ਹੁਕਮਨਾਮਾ ਕਹਿੰਦੇ ਹਾਂ, ਅੱਜ ਦਾ ਫਰਮਾਨ ਕਹਿੰਦੇ ਹਾਂ, ਸ਼੍ਰੀ ਮੁੱਖ ਵਾਕ ਕਹਿੰਦੇ ਹਾਂ। ਇਤਿਹਾਸ ਨੇ ਸਾਡੀ ਝੋਲੀ ਵਿੱਚ ਸ਼ਬਦ ਪਾਇਆ ਹੈ ਆਵਾਜ਼ਾਂ। ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ। ਜੋ ਅੱਜ ਸ਼੍ਰੀ ਮੁੱਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ,
ਉਸ ਦੀ ਵਿਚਾਰਦਾ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਰਾਗ ਸੂਹੀ ਹੈ, ਜੋ ਸ਼ਬਦ ਦਾ ਕਾਵ ਸਰੂਪ ਹੈ, ਉਹ ਅਸ਼ਟਪਦੀ ਹੈ। ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਪ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 757-58 ਅੰਗ ਤੇ ਦਰਜ ਹੈ। ਸ਼ਬਦ ਦਾ ਆਕਾਰ ਸਵਰੂਪ ਵੱਡਾ ਹੈ। ਇਸੇ ਕਰਕੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਹੋਰਾਂ ਨੇ ਸਾਰਾ ਸ਼ਬਦ ਨਹੀਂ ਪੜ੍ਹਿਆ, ਇਹ ਤਾਂ ਘੱਟ ਤੋਂ ਘੱਟ 10 ਮਿੰਟ ਚਾਹੀਦੇ ਨੇ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਿੱਖੀ ਦਾ ਮੂਲ ਸੂਤਰ ਵੀ ਹੈ। ਅੱਜ ਤੁਸੀਂ 1000 ਕਾਰਨ ਲੱਭਣ ਜਾਓ, ਇੱਕ ਕਥਾ ਆਉਂਦੀ ਹੈ ਕਿ ਕੋਈ ਬਜ਼ੁਰਗ ਵੈਦ ਕੋਲ ਗਿਆ, ਕਹਿੰਦਾ ਹੱਥ ਪੈਰ ਕੰਬਦੇ ਨੇ। ਉਹ ਕਹਿੰਦਾ ਬਜ਼ੁਰਗੋ ਇਹ ਉਮਰ ਕਰਕੇ ਹੈ, ਬਜ਼ੁਰਗੀ ਕਰਕੇ ਹੈ, ਖਾਧਾ ਪੀਤਾ ਨਹੀਂ ਪਚਦਾ। ਉਹ ਕਹਿੰਦਾ ਜੀ ਇਹ ਵੀ ਉਮਰ ਕਰਕੇ ਬਜ਼ੁਰਗੀ ਕਰਕੇ ਹੈ। ਉਹ ਕਹਿੰਦਾ ਚੱਲਿਆ ਫਿਰਿਆ ਨਹੀਂ ਜਾਂਦਾ। ਉਹ ਕਹਿੰਦਾ ਇਹ ਵੀ ਬਜ਼ੁਰਗੀ ਕਰਕੇ ਹੈ। ਬਜ਼ੁਰਗ ਨੂੰ ਗੁੱਸਾ ਆ ਗਿਆ, ਕਹਿੰਦਾ ਕਾਹਦਾ ਵੈਦ ਹਕੀਮ ਹੈ, ਜਿਹੜੀ ਬਿਮਾਰੀ ਪੁੱਛੋ ਕਹਿੰਦਾ ਜੀ ਬਜ਼ੁਰਗੀ ਕਰਕੇ ਹੈ। ਉਹ ਕਹਿੰਦਾ ਬਾਪੂ ਗੁੱਸਾ ਵੀ ਬਜ਼ੁਰਗੀ ਕਰਕੇ ਹੀ ਹੈ। ਜਿਹੜਾ ਤੂੰ ਮੇਰੀ ਗੱਲ ਦਾ ਗੁੱਸਾ ਕੀਤਾ ਹੈ, ਇਹ ਬਜ਼ੁਰਗ ਨਾ ਹੁੰਦਾ ਤੇ ਗੁੱਸਾ ਨਹੀਂ ਸੀ ਕਰਨਾ, ਪੁੱਛਣਾ ਸੀ ਤੂੰ ਵੀ ਇਹਦਾ ਫਿਰ ਅੱਗੋਂ ਕੀ ਇਲਾਜ ਹੈ। ਅੱਜ ਮੇਰੀ ਕੌਮ ਦੇ ਸਾਹਮਣੇ, ਮੇਰੇ ਪੰਥ ਦੇ ਸਾਹਮਣੇ ਇਹਦਾ ਅਰਥ ਇਹ ਨਹੀਂ ਕਿ ਮੇਰਾ ਹੈ। ਔਰ ਮੈਂ ਇਹ ਵੀ ਇੱਕ ਬੇਨਤੀ ਕਰਾਂ, ਇਹ ਸਭ ਤੋਂ ਵੱਡੀ ਗਰੀਬੀ ਹੈ ਕਿ ਸਾਰੇ ਅਸੀਂ ਕੀ ਸਮਝਦੇ ਹਾਂ। ਉਹ ਕਹਿੰਦੇ ਨਾ ਵੀ ਬਾਬਾ ਜੀ ਨੇ ਗੁਰਦੁਆਰੇ ਆਵਾਜ਼ ਦਿੱਤੀ ਕਿ ਨਗਰ ਵਾਸੀਓ ਖੀਰ ਬਣਨੀ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਦੁੱਧ ਦੀ ਸੇਵਾ ਕਰੋ, ਤੇ ਬਾਹਰ ਦੇਗਚਾ ਰੱਖ ਦਿੱਤਾ ਹੈ ਤੇ ਆਪਣੀ ਆਪਣੀ ਸੇਵਾ ਪਾ ਜਾਓ। ਮੈਂ ਸੋਚਿਆ ਵੀ ਦੁੱਧ ਤੇ ਸਾਰਿਆਂ ਨੇ ਪਾ ਹੀ ਜਾਣਾ ਹੈ, ਤੇ ਕਿਉਂ ਨਾ ਹੋਏ ਮੈਂ ਗੜਵੀ ਪਾਣੀ ਦੀ ਪਾ ਦਿਆਂ। ਦੂਜਿਆਂ ਨੇ ਵੀ ਇਹ ਸੋਚਿਆ ਵੀ ਦੁੱਧ ਤਾਂ ਸਾਰੇ ਪਿੰਡ ਨੇ ਪਾਉਣਾ ਹੈ, ਤੇ ਕਿਉਂ ਨਾ ਹੋਵੇ ਮੈਂ ਗੜਵੀ ਪਾਣੀ ਦੀ ਪਾ ਦਿਆਂ। ਨਤੀਜਾ ਇਹ ਨਿਕਲਿਆ ਵੀ ਪਾਣੀ ਨਾਲ ਤੇ ਦੇਗਚਾ ਭਰ ਗਿਆ ਤੇ ਦੁੱਧ ਲੱਭਾ ਹੀ ਨਾ। ਅੱਜ ਮੇਰੀ ਕੌਮ 'ਚ ਵਣਜਾਰੇ ਬਹੁਤ ਨੇ, ਆਪਣਾ ਆਪਣਾ ਸੌਦਾ ਵੇਚਦੇ ਨੇ, ਤੇ ਕਈ ਵਾਰੀ ਇਦਾਂ ਦੇ ਸ਼ਬਦ ਲਈ ਅਸੀਂ ਕਹਿੰਦੇ ਵੀ ਤੂੰ ਠੇਕੇਦਾਰ ਹੈ। ਆਪ ਜੀ ਨੇ ਮਕਾਲਫ ਦਾ ਨਾਂ ਸੁਣਿਆ ਹੋਵੇਗਾ, ਇੱਕ ਅੰਗਰੇਜ਼ ਇਤਿਹਾਸਕਾਰ ਹੋਇਆ ਹੈ। ਹੁਣ ਤੇ ਮੈਂ ਨਹੀਂ, ਜਦ ਮੈਂ ਖਿਆਲ ਨਹੀਂ ਕੀਤਾ, ਪਿੰਗਲਵਾੜੇ ਦੀ ਜਿਹੜਾ ਬੋਰਡ ਹੁੰਦਾ ਸੀ, ਸਾਈਨ ਬੋਰਡ, ਉਹਨਾਂ ਦੇ ਪਿੰਗਲਵਾੜੇ ਦਾ ਜਿਹੜਾ ਉਹ ਆਪਣਾ ਬੋਰਡ ਲਾਉਂਦੇ ਸੀ ਜਿਹਦੇ ਤੇ ਉਹ ਲਿਖਦੇ ਸੀ ਪਿੰਗਲਵਾੜੇ ਬਾਰੇ, ਉਹਦੇ ਤੇ ਇੱਕ ਫੋਟੋ ਹੁੰਦੀ ਸੀ ਅੰਗਰੇਜ਼ ਦੀ। ਮਕਾਲਫ ਕੌਣ ਸੀਗਾ? ਜਿਹਨੂੰ ਮਰਨ ਵਾਸਤੇ ਗੋਰਿਆਂ ਨੇ ਮਿੱਟੀ ਨਹੀਂ ਸੀ ਦਿੱਤੀ, ਆਖਿਆ ਸੀ ਨਹੀਂ ਇਹ ਸਾਡੀਆਂ ਕਬਰਾਂ ਵਿੱਚ ਦਫਨਾਇਆ ਨਹੀਂ ਜਾ ਸਕਦਾ।
ਅਸੀਂ ਉਹਦੀ ਕੀਮਤ ਪਾਈਏ ਨਾ ਪਾਈਏ, ਕਿਉਂਕਿ ਸਾਡੀ ਕਸਵੱਟੀ ਬਹੁਤ ਵੱਖਰੀ ਹੈ। ਪਰ ਉਸ ਵਿਅਕਤੀ ਨੇ, ਤੁਸੀਂ ਹੈਰਾਨ ਹੋਵੋਗੇ, 3 ਸਾਲ ਆਨੰਦਪੁਰ ਸਾਹਿਬ ਰਹਿ ਕੇ ਪਹਿਲਾਂ ਪੰਜਾਬੀ ਸਿੱਖੀ, ਗੁਰਮੁਖੀ ਪੜ੍ਹੀ, ਫਿਰ ਉਹਨੇ ਸਾਡਾ ਇਤਿਹਾਸ ਲਿਖਿਆ। ਅੱਜ ਅਸੀਂ ਸੋਚਦੇ ਹਾਂ ਵੀ ਪੰਜਾਬੀ ਗੁਰਮੁਖੀ ਦੀ ਕੀ ਲੋੜ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ, ਸ਼ੁੱਧ ਪਾਠ, ਤੁਸੀਂ ਗੁਰਮੁਖੀ ਤੋਂ ਬਿਨਾਂ ਕਿਸੇ ਲਿਪੀ 'ਚ ਨਹੀਂ ਲਿਖ ਸਕਦੇ। ਮੈਨੂੰ ਖੁਦ ਨਹੀਂ ਸਮਝ ਆਈ ਵੀ ਜੇ ਮੁਸਲਮਾਨਾਂ ਦੇ 80 ਮੁਲਕ ਹੋ ਸਕਦੇ ਨੇ, ਅਜੇ ਤੱਕ ਉਹਨਾਂ ਦੀ ਜਿਹੜੀ ਕੁਰਾਨ ਹੈ ਉਹ ਸਿਰਫ ਅਰਬੀ ਵਿੱਚ ਹੈ। ਅੱਛਾ, ਸਾਡੀ ਗਰੀਬੀ ਇਹ ਵੀ ਅਸੀਂ ਕਿਸੇ ਨੂੰ ਪੱਲੇ ਨਹੀਂ ਬੰਨ੍ਹਦੇ। ਹੁਣ ਇੱਥੇ ਮੈਂ ਕਹਾਂ ਵੀ ਉਹ ਸਾਡੇ ਨਾਲੋਂ ਚੰਗੇ ਨੇ, ਮੈਨੂੰ ਹੁਣੇ ਉਤਰਦੇ ਹੀ ਤੁਸੀਂ ਫੜ ਲੈਣਾ ਹੈ ਵੀ ਗਿਆਨੀ ਜੀ ਰੋਟੀਆਂ ਇੱਥੋਂ ਦੀਆਂ ਖਾਂਦੇ ਹੋ, ਬਾਜਰੀ ਇੱਥੋਂ ਦੀ ਤੇ ਹਾਜ਼ਰੀ ਉੱਥੋਂ ਦੀ। ਤੁਸੀਂ ਮੈਨੂੰ ਦੱਸ ਦਿਓ ਵੀ ਕਦੇ ਕਿਸੇ ਨੇ ਜਿਹੜੀ ਪਵਿੱਤਰ ਕੁਰਾਨ ਸ਼ਰੀਫ ਹੈ ਉਹ ਕਿਸੇ ਭਾਸ਼ਾ 'ਚ ਵੇਖੀ ਹੈ? ਤੁਸੀਂ ਕਹੋ ਜੀ ਵੇਖੀ ਹੈ, ਤੇ ਮੈਂ ਵੀ ਦੱਸ ਦਿੰਦਾ ਵੀ ਪੰਜਾਬੀ ਦੀ ਮੇਰੇ ਕੋਲ ਵੀ ਹੈਗੀ ਹੈ, ਪਰ ਪੰਜਾਬੀ ਦੀ ਟਰਾਂਸਲੇਸ਼ਨ ਹੈ, ਕੁਰਾਨ ਸ਼ਰੀਫ ਨਹੀਂ ਹੈ। ਜਿੱਥੇ ਕੁਰਾਨ ਸ਼ਰੀਫ ਦੀ ਆਇਤ ਲਿਖੀ ਉਹ ਅਰਬੀ ਵਿੱਚ ਹੀ ਲਿਖੀ ਹੈ, ਉਹ ਪੰਜਾਬੀ 'ਚ ਨਹੀਂ ਲਿਖੀ ਉਹਨਾਂ ਨੇ। ਉਹਦੇ ਅਰਥ ਪੰਜਾਬੀ 'ਚ ਲਿਖ ਦਿੱਤੇ ਨੇ, ਮਲੇਰਕੋਟਲੇ ਵਾਲੇ ਪ੍ਰਿੰਟ ਕਰਦੇ ਨੇ, ਮੇਰੇ ਮਿੱਤਰ ਨੇ। ਪਰ ਸਾਨੂੰ ਪਤਾ ਨਹੀਂ ਇਹ ਕਿੱਥੋਂ ਚਾਅ ਚੜਿਆ ਵੀ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਅਸੀਂ ਸਾਰੀਆਂ ਭਾਸ਼ਾ 'ਚ ਲਿਖ ਦੇਣਾ ਹੈ। ਸ਼ਾਇਦ ਇਸੇ ਕਰਕੇ ਯਾਦ ਰੱਖਣਾ, ਕੋਈ ਮੁਸਲਮਾਨ ਬੱਚਾ ਐਸਾ ਨਹੀਂ ਹੋਏਗਾ ਜਿਹਨੂੰ ਅਰਬੀ ਨਾ ਆਉਂਦੀ ਹੋਵੇ, ਕਿਉਂਕਿ ਜੇ ਉਹਨੇ ਕੁਰਾਨ ਸ਼ਰੀਫ ਪੜ੍ਹਨੀ ਹੈ ਤਾਂ ਉਹਨੂੰ ਅਰਬੀ ਪੜ੍ਹਨੀ ਪੈਣੀ, ਜੇ ਅਰਬੀ ਪੜ੍ਹਨੀ ਹੈ ਤੇ ਮਦਰਸੇ ਵਿੱਚ ਉਹਨੂੰ ਜਾਣਾ ਹੀ ਪੈਣਾ ਹੈ। ਅਸੀਂ ਤੇ ਜਿਵੇਂ ਉਹ ਦੀਵਾਲੀ ਬੰਪਰ ਆਉਂਦਾ ਹੈ ਨਾ, ਇੰਨੀਆਂ ਐਡ ਦੇ ਦਿੱਤੀਆਂ ਨੇ, ਇੰਨੀਆਂ ਐਡ ਦੇ ਦਿੱਤੀਆਂ ਨੇ। ਹੁਣ ਤੇ ਇਹ ਵੀ ਹੈ ਵੀ ਜੇ ਅੰਮ੍ਰਿਤ ਛਕੋਗੇ ਤੇ ਤੁਹਾਨੂੰ ਯਾਤਰਾ ਕਰਾਵਾਂਗੇ ਅਸੀਂ। ਨਹੀਂ, ਇਹ ਜਿਹੜਾ ਧਰਮ ਸਿਰ ਦੇ ਕੇ ਮਿਲਦਾ ਸੀ ਉਹੀ ਠੀਕ ਹੈ, ਉਹੀ ਠੀਕ ਹੈ। ਹਾਂ, ਜਿਹੜੇ ਧਾਰਮਿਕ ਕੰਪੀਟੀਸ਼ਨ ਹੁੰਦੇ ਨੇ, ਪ੍ਰੀਖਿਆਵਾਂ ਹੁੰਦੀਆਂ ਨੇ, ਪ੍ਰਤੀਯੋਗਤਾ ਹੁੰਦੀਆਂ ਨੇ, ਉਹ ਬਿਲਕੁਲ ਠੀਕ ਹੈ। ਪਰ ਅੰਮ੍ਰਿਤ ਦਾ ਅਭਿਲਾਖੀ ਹੋਣਾ ਚਾਹੀਦਾ, ਵਪਾਰੀ ਨਹੀਂ ਹੋਣਾ ਚਾਹੀਦਾ। ਅਮਰੀਕਾ ਦੇ ਵਿੱਚ ਵੀ ਕਿਸੇ ਮੁਸਲਮਾਨ ਨੇ ਅਗਰ ਨਮਾਜ਼ ਪੜ੍ਹਨੀ ਹੈ ਤੇ ਉਹਨੂੰ ਵੀ ਆਪਣੇ ਬੱਚੇ ਨੂੰ ਅਰਬੀ ਪੜ੍ਹਾਉਣੀ ਹੀ ਪਵੇਗੀ। ਅਸੀਂ ਘਰੋਂ ਊੜਾ ਕੱਢ ਦਿੱਤਾ, ਹੁਣ ਲੱਭਦੇ ਫਿਰਦੇ ਆ। ਹੁਣ ਤੇ ਐਡ ਵੀ ਇਹੀ ਆਉਂਦੀ ਹੈ ਕਿ ਅੰਗਰੇਜ਼ੀ ਬੋਲਣ ਵਾਲਾ ਗ੍ਰੰਥੀ ਸਿੰਘ ਚਾਹੀਦਾ ਹੈ। ਭਲੇ ਉਹ ਪਹਿਲਾਂ ਘਰੋਂ ਕੱਢੀ, ਹੁਣ ਗੁਰਦੁਆਰਿਓਂ ਵੀ ਕੱਢਣ ਲੱਗੇ ਹੋ। ਇਹ ਜੀ ਬੱਚਿਆਂ ਨੂੰ ਸਮਝ ਨਹੀਂ ਆਉਂਦੀ। ਇਹ ਤੇ ਫਿਰ ਉਹੀ ਗੱਲ ਹੋ ਗਈ ਵੀ ਉਹ ਯੂਪੀ ਬਿਹਾਰ ਤੋਂ ਕੰਮ ਕਰਨ ਵਾਲੇ ਮਜ਼ਦੂਰ ਆਉਂਦੇ ਸੀ, ਸਾਰੇ ਟੱਬਰ ਤੋਂ ਇੱਕ ਬੰਦੇ ਨੂੰ ਪੰਜਾਬੀ ਨਹੀਂ ਪੜ੍ਹਾਈ ਗਈ ਤੇ ਬੇਬੇ ਤੱਕ ਹਿੰਦੀ ਸਿੱਖ ਲਈ ਸਾਰਿਆਂ ਨੇ, ਕਿਉਂਕਿ ਉਹਦੇ ਨਾਲ ਗੱਲ ਕਰਨੀ ਹੈ ਮਜ਼ਦੂਰ ਨਾਲ। ਹਿੰਦੀ ਸਾਰੇ ਟੱਬਰ ਨੇ ਸਿੱਖ ਲਈ, ਪਰ ਉਹਨੂੰ ਇਕੱਲੇ ਬੰਦੇ ਨੂੰ, ਮਜ਼ਦੂਰ ਨੂੰ ਤੁਸੀਂ ਪੰਜਾਬੀ ਨਹੀਂ ਸਿਖਾ ਸਕੇ। ਸਾਲੋਂ ਬੱਧੀ ਉਹ ਤੁਹਾਡੇ ਘਰ ਰਹਿ ਗਿਆ, ਤੁਸੀਂ ਹਿੰਦੀ ਸਿੱਖ ਲਈ, ਉਹਨੂੰ ਪੰਜਾਬੀ ਨਹੀਂ ਸਿਖਾ ਪਾਏ ਤੁਸੀਂ। ਫਿਰ ਕਹਿੰਦੇ ਜੀ ਧਰਮ ਨਾਲ ਸਾਡੀ ਬੜੀ ਕਮਿਟਮੈਂਟ ਹੈ। ਉਹ ਕਿਹੜੀ ਹੁੰਦੀ ਹੈ ਜੀ? ਸਾਡੀ ਤੇ ਜੀ ਧਰਮ ਨਾਲ ਬਹੁਤ ਪੱਕੀ ਸਾਂਝ ਹੈ। ਉਹ ਸਾਂਝ ਕਿਹਨੂੰ ਕਹਿੰਦੇ ਹੋ ਤੁਸੀਂ? ਤੁਸੀਂ ਆਪਣੀ ਮਾਂ ਬੋਲੀ ਦੇ ਪ੍ਰਤੀ ਪਾਬੰਦ ਨਹੀਂ, ਊੜੇ ਦੇ ਪ੍ਰਤੀ ਪਾਬੰਦ ਨਹੀਂ, ਜੂੜੇ ਦੇ ਪ੍ਰਤੀ ਪਾਬੰਦ ਨਹੀਂ।
ਸਾਡੀ ਗਲਤੀ ਹੈ। ਅਗਰ ਸਾਨੂੰ ਇੰਨੀ ਕੁ ਗੱਲ ਸਮਝ ਆ ਜਾਏ ਕਿ ਮੈਕਾਲਫ ਨੂੰ ਪਹਿਲਾਂ ਆ ਕੇ ਪੰਜਾਬੀ ਕਿਉਂ ਪੜ੍ਹਨੀ ਪਈ, ਉਹਨੂੰ ਗੁਰਮੁਖੀ ਕਿਉਂ ਸਿੱਖਣੀ ਪਈ। ਹੁਣ ਉਹ ਤੁਰਿਆ ਜਾਂਦਾ ਹੈ, ਰਸਤੇ ਵਿੱਚ ਇੱਕ ਤਿਆਰ ਬਰ ਤਿਆਰ ਗੁਰੂ ਕੇ ਖਾਲਸੇ ਨੇ ਕਿਹਾ ਜਾਂਦਾ ਵੀ ਉਹਦਾ ਨਿਹੰਗ ਸਿੰਘ ਬਾਣਾ ਸੀ, ਪੱਠੇ ਵੱਢੇ ਨੇ, ਪੰਡ ਬੰਨ ਲਈ ਹੈ, ਪੱਠੇ ਚਕਾਉਣ ਵਾਲਾ ਕੋਈ ਮਿਲਿਆ ਨਹੀਂ। ਰਾਹ ਜਾਂਦੇ ਮਕਾਲਫ ਨੂੰ ਆਵਾਜ਼ ਮਾਰੀ ਹੈ, ਭਾਊ ਪੱਠੇ ਚਕਾਈ। ਹੁਣ ਮਕਾਲਫ ਨੂੰ ਪੰਜਾਬੀ ਆਉਂਦੀ ਸੀ, ਉਹਨੇ ਵੀ ਲਾਲਚ ਕੀਤਾ, ਉਹਨੇ ਕਿਹਾ ਵੀ ਪੱਠੇ ਤੇ ਚਕਾਉਣੇ ਹੀ ਨੇ, ਆਪਣਾ ਕੰਮ ਵੀ ਕਰ ਲਈਏ। ਕਹਿੰਦਾ ਬਾਬਾ ਜੀ ਦੱਸੋਗੇ ਪੰਥ ਕੀ ਹੁੰਦਾ। ਹੁਣ ਬਾਬਾ ਜੀ ਨੇ ਪੱਠੇ ਤੇ ਛੱਡ ਦਿੱਤੇ। ਕਹਿੰਦਾ ਕੀ ਪੁੱਛਿਆ ਜੀ, ਪੰਥ? ਕਹਿੰਦਾ ਹਾਂਜੀ। ਉਹ ਫਿਰ ਬਜ਼ੁਰਗ ਕਹਿੰਦਾ ਹੈ ਪੰਥ? ਕਹਿੰਦਾ ਬਾਬਾ ਜੀ ਮੈਂ ਸਮਝ ਗਿਆ, ਬਸ ਹੁਣ ਤੁਸੀਂ ਪੱਠੇ ਚੁੱਕੋ। ਕਹਿੰਦਾ ਕੀ ਸਮਝਿਆ? ਕਹਿੰਦਾ ਜਿਹੜਾ ਤਿਆਰ ਬਰ ਤਿਆਰ ਖਾਲਸਾ ਉਹ ਪੰਥ ਹੈ। ਜਿਹੜਾ ਖਾਲਸਾ ਤਿਆਰ ਬਰ ਤਿਆਰ ਹੈ ਉਹ ਪੰਥ ਹੈ। ਕਦੇ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਸਮਝੌਤੇ ਨਹੀਂ ਸੀ ਹੁੰਦੇ। ਹੁਣ ਸਾਡਾ ਮੂਲ ਸੂਤਰ ਹੀ ਕੀ ਹੈ? ਸਾਡਾ ਮੂਲ ਸੂਤਰ ਵੀ ਰੱਬ ਇੱਕ ਹੈ, ਦੂਜਾ ਇੱਕ ਥਾਂ ਤੇ ਨਹੀਂ ਹੈ, ਤੀਜਾ ਗੁਰੂ ਦੀ ਕਿਰਪਾ ਬਿਨਾਂ ਮਿਲਣਾ ਕੋਈ ਨਹੀਂ ਹੈ। ਹੁਣ ਇਹ ਸਿੱਖੀ ਦਾ ਮੂਲ ਸੂਤਰ ਹੈ। ਔਰ ਅੱਜ ਤੁਸੀਂ ਇਸ ਗੱਲ ਦਾ ਆਪ ਨਿਰਣਾ ਕਰਕੇ ਜਾਣਾ ਵੀ ਕੀ ਤੁਸੀਂ ਇੱਕ ਰੱਬ ਮੰਨਦੇ ਹੋ। ਜਦੋਂ ਤੁਹਾਨੂੰ ਬਖਸ਼ਿਸ਼ ਹੁੰਦੀ ਹੈ, ਤੁਸੀਂ ਕਹਿੰਦੇ ਰੱਬ ਨੇ, ਵਾਹਿਗੁਰੂ ਨੇ ਬੜੀ ਕਿਰਪਾ ਕੀਤੀ, ਤੇ ਜਦੋਂ ਥੋੜੀ ਜੀ ਤਕਲੀਫ ਆਉਂਦੀ ਹੈ ਉਦੋਂ ਤੁਸੀਂ ਕਹਿੰਦੇ ਵੀ ਨਹੀਂ ਰੱਬ ਤਾਂ ਸਾਡਾ ਦੁਸ਼ਮਣ ਹੀ ਹੋ ਗਿਆ ਹੈ। ਪੁੱਛੋ ਵੀ ਦੋ ਰੱਬ ਨੇ, ਦੁੱਖ ਦੇਣ ਵਾਲਾ ਹੋਰ, ਸੁੱਖ ਦੇਣ ਵਾਲਾ ਹੋਰ। ਫਿਰ ਥੋੜੇ ਜਿਹੇ ਹਿੱਲਾਂਗੇ, ਨਹੀਂ 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 ਗਿਆਨੀ ਜੀ ਅਸੀਂ ਏਦਾਂ ਕਦੋਂ ਕਿਹਾ। ਤੇ ਜੇ ਨਹੀਂ ਕਿਹਾ ਤੇ ਫਿਰ ਕਿਹੜੀ ਆਸਾ ਕੀ ਵਾਰ ਰੋਜ਼ ਸੁਣੀ ਹੈ ਤੁਸੀਂ ਕਿ ਚੰਗਾ ਚੰਗਾ ਕਰ ਮੰਨੈ, ਮੰਦੇ ਮੰਦਾ ਹੋਏ। ਇਦਾਂ ਦਾ ਸਿੱਖ ਤੇ ਨਹੀਂ ਹੁੰਦਾ। ਸਿੱਖ ਇਦਾਂ ਦਾ ਹੁੰਦਾ ਜਿੱਦਾਂ ਦਾ ਅੱਜ ਸ਼੍ਰੀ ਮੁਖ ਵਾਕ ਹੈ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ, ਮਹੱਲਾ ਚੌਥਾ, ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ, ਕਾਵ ਸਰੂਪ ਸ਼ਬਦ ਦਾ ਅਸ਼ਟਪਦੀ ਹੈ। ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇਹਨੂੰ ਘਰ ਦੂਜੇ ਵਿੱਚ ਗਾਉਣ ਦੀ ਹਦਾਇਤ ਹੈ। ਪਰਮਾਤਮਾ ਇੱਕ ਹੈ, ਪਰ ਇੱਕ ਥਾਂ ਤੇ ਨਹੀਂ ਹੈ, ਸਭ ਥਾਵਾਂ ਤੇ ਹੈ। ਮਿਲੇਗਾ ਗੁਰੂ ਦੀ ਕਿਰਪਾ ਨਾਲ। ਹਾਂਜੀ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਈ। ਕੋਈ ਹੈ ਭਾਈ ਜਿਹੜਾ ਮੇਰੇ ਪ੍ਰੀਤਮ ਪਿਆਰੇ ਨੂੰ ਮਿਲਾ ਦੇਵੇ, ਔਰ ਮਿਲਾਉਣ ਵਾਲੇ ਦੇ ਅੱਗੇ ਮੈਂ ਆਪਾ ਸਾਰਾ ਹੀ ਵੇਚ ਦਿਆਂਗਾ। ਤਿਸ ਪੈ ਆਪ ਵਿਚਾਈ, ਆਪਣਾ ਆਪ ਜੋ ਕੁਝ ਵੀ ਮੇਰੇ ਕੋਲ ਹੈ ਮੈਂ ਉਹਦੇ ਅੱਗੇ ਗਹਿਣੇ ਰੱਖ ਦਿਆਂਗਾ, ਮੈਂ ਉਹਨੂੰ ਵੇਚ ਦਿਆਂਗਾ, ਮੈਂ ਉਹਦੇ ਨਾਂ ਕਰ ਦਿਆਂਗਾ। ਹਾਂਜੀ। ਦਰਸ਼ਨ ਹਰ ਦੇਖਣ ਕੈ ਤਾਈ। ਗੱਲ ਸਿਰਫ ਪਰਮਾਤਮਾ ਦੇ ਦਰਸ਼ਨ ਦੇਖਣ ਦੀ ਹੈ, ਕਿਉਂਕਿ ਪਰਮਾਤਮਾ ਪ੍ਰਕਾਸ਼ ਹੈ, ਫੜਿਆ ਜਾ ਨਹੀਂ ਸਕਦਾ।
ਉਹ ਨੂਰ ਹੈ, ਸਿਰਫ ਉਸ ਨੂੰ ਵੇਖਿਆ ਜਾ ਸਕਦਾ ਹੈ। ਦੁਨੀਆ ਜਾਂਦੀ ਹੈ, ਸਵਿਟਜ਼ਰਲੈਂਡ ਵਰਗੇ ਮੁਲਕਾਂ ਵਿੱਚ ਸਨਸੈਟ ਹੁੰਦਾ ਵੇਖਣਾ ਚਾਹੁੰਦੇ ਨੇ, ਪਰ ਉੱਥੇ ਹੁੰਦਾ ਨਹੀਂ। 6 ਮਹੀਨੇ ਹੁੰਦਾ, 6 ਮਹੀਨੇ ਨਹੀਂ ਹੁੰਦਾ। ਲੋਕ ਸੂਰਜ ਡੁੱਬਦਾ ਵੇਖਣਾ ਚਾਹੁੰਦੇ ਨੇ, ਇੱਕ ਪਾਸਿਓਂ ਦੂਜੇ ਪਾਸਿਓਂ ਚੜ੍ਹਦਾ ਵੇਖਣਾ ਚਾਹੁੰਦੇ ਨੇ। ਹੁਣ ਫੜਿਆ ਤੇ ਜਾ ਨਹੀਂ ਸਕਦਾ। ਪਰਮਾਤਮਾ ਦੇ ਪ੍ਰਤੀ ਇਹ ਚੇਤਾ ਰੱਖਣਾ ਕਿ ਪਰਮਾਤਮਾ ਨੂੰ ਕੋਈ ਫੜ ਨਹੀਂ ਸਕਦਾ। ਜਿਹੜਾ ਆਪਾਂ ਕਹਿੰਦੇ ਨੇ ਵੀ ਇਹਦੇ ਕੋਲ ਰੱਬ ਹੈ, ਇਹਦੇ ਕੋਲ ਰੱਬ ਦਾ ਅਰਥ ਇਹ ਥੋੜਾ ਵੀ ਰੱਬ ਉਹਦਾ ਕੋਈ ਗੁਲਾਮ ਹੈ। ਉਸ ਪਰਮਾਤਮਾ ਦੇ ਦੀਦਾਰ ਨੇ, ਔਰ ਉਹਨਾਂ ਦਰਸ਼ਨਾਂ ਦੇ ਵਾਸਤੇ ਇਹ ਸਾਰੀਆਂ ਅੱਜ ਦੀਆਂ ਇਹ ਬੇਨਤੀਆਂ ਨੇ। ਹਾਂਜੀ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ। ਜੇ ਕਿਰਪਾ ਕਰੇ ਤਾਂ ਸਤਿਗੁਰ ਮੇਲੇ। हे परमात्मा, जे तेरी किरपा होवे ते मैनू सतगुरु मिलेगा। हुण ये दोनों गल्लां ओत पोत ने। जदों तुसीं ये कहो भी मेरे ते रब दी बड़ी किरपा है, ते रब दी किरपा दी पुछो भी व्याख्या की है। कहंदा जी रब ने मैनू 2 पुत्र दिते ने, भावें वड्डे हो के दोवें दाढ़ी पट देण, ओदी किरपा बड़ी है। ये बड़ी किरपा नहीं, ये छोटी जी किरपा है कि तैनू रब ने 2 पुत्र भी दिते ने। मैनू गड्डी दे दी, ये छोटी जी किरपा है। तैनू धन दौलत दे दी, बड़ी छोटी जी किरपा है। जदों वड्डी किरपा की गल आएगी तो वड्डे भाग भेटे गुरदेवा। जिदन तैनू गुरु मिलेगा ना, उदन समझ ली भी गुरु की तेरे ते बहुत वड्डी किरपा हुई है। जदों त्रुठेगा, जदों परमात्मा मेहरबान होएगा तो गुरु मिलेगा, अगली गल। फिर तू कहें जी मेरे ते गुरु की बड़ी किरपा है। जिदन गुरु की किरपा होएगी, गुर किरपा जिह नर को कीनी, तिह ए जुगत पछानी। नानक लीन भयो गोबिंद स्यो, जो पानी संग पानी। फिर तेरा रब नाल मिलाप हो जाएगा। रब किरपा करेगा तो गुरु मिलेगा, गुरु किरपा करेगा तो रब मिलेगा। क्योंकि गुरु सरगुण स्वरूप है, परमात्मा जिहड़ा है वह निर्गुण रूप है। गल तो इन्नी है, किरपा करें तो सतगुर मेले, हर हर नाम ध्याई। गुरु मिलेगा तो नाम ध्यावांगा। गुरु तो बिना नाम कोई नहीं दे सकता। ऐसी गुरबाणी तुहानू कोई दे सकता है? ऐसा गुर मंत्र मूल मंत्र कोई दुनिया विच दे सकता है? इहदे च बंदे दी वडियाई नहीं है, सिर्फ रब दी वडियाई है। पता नहीं फिर कवितावां क्यों लिखियां जांदियां ने, क्यों गुरु दी हजूरी च गाईयां जांदियां ने, क्यों उन्हां दी प्रशंसा कीती जांदी है। 1430 अंग ने तुहाडे कोल। मैं तो छोटी जी एक बेनती करा, कई मिलते ने ज्ञानी जी किहड़ा पाठ करिए। मैं तो ये नहीं कहता हुंदा भी किहड़ा करो, मैं पुछदा ना भी पहला किहड़ा कीता है, कोई कीता है? बाणी तो सारी अमृत है। बाणी गुरु, गुरु है बाणी। तू दस तू किहड़ी पढ़ी है? कदे नहीं हो सकता कि बंदा बाणी पढ़े तो उन्होंने परमात्मा की किरपा ना हो। सवाल है भी असी पढ़ना पढ़ाना है कुछ नहीं। मैं दिल्ली भी यही रोज बेनती करदा भी तुसी इदा करो, तुसी खाना खान आप जाने हो, बंदा रख लो, आप बिजनेस हैंडल करो। तो जो लंच डिनर करना हो उदों नौकर नूं दिता भी जा अमके 5 स्टार च खाना खा के आ। नहीं ज्ञानी जी आप जावांगे। महंगी गड्डी विच झूटा लेना है, किसी बंदे नूं दिओ गड्डी, ड्राइवर नूं भी जा अंबाले तक लॉन्ग ड्राइव खिंच के आ बई। नहीं नहीं वो तो आप जावांगे।
ਕੋਈ ਬ੍ਰਾਂਡਡ ਕੱਪੜੇ ਪਾਉਣੇ ਨੇ, ਕਿਸੇ ਨੂੰ ਦੇ ਦਿਓ, ਪੈਸੇ ਪਾ ਲੇਗਾ, ਉਹ ਅਸੀਂ ਆਪ ਪਾਵਾਂਗੇ। ਰਹੀ ਗੱਲ ਪਾਠ ਦੀ, ਉਹ ਅਸੀਂ ਬੰਦਾ ਰੱਖ ਦਿਆ। ਸਿਰਫ ਪਾਠ ਕਰਨ ਲਈ ਬੰਦਾ ਰੱਖਿਆ ਤੁਸੀਂ ਘਰ 'ਚ, ਬਾਕੀ ਸਾਰੇ ਕੰਮ ਤੁਸੀਂ ਆਪ ਕਰਦੇ ਹੋ, ਕਿਉਂਕਿ ਗੁਰਬਾਣੀ ਨੂੰ ਮੰਨਦੇ ਹੋ ਤੁਸੀਂ, ਪਰ ਜਿੱਥੇ ਜਿੱਥੇ ਤੁਹਾਨੂੰ ਉਹ ਸੂਟ ਕਰਦੀ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ। ਬਾਕੀ ਸਾਰੇ ਕਾਰਜ ਤੁਸੀਂ ਆਪ ਸਵਾਰਦੇ ਹੋ, ਕਿਉਂਕਿ ਗੁਰਬਾਣੀ ਨੂੰ ਮੰਨਦੇ ਹੋ। ਰਹੀ ਪਾਠ ਕਰਨ ਦੀ ਗੱਲ, ਹੁਣ ਉੱਥੇ ਜੀ ਅਸੀਂ ਜੀ ਗ੍ਰੰਥੀ ਸਿੰਘ ਰੱਖਿਆ ਹੋਇਆ, ਨਹੀਂ ਜੀ ਪਾਠ ਆਪ ਕਰੋ। ਗਿਆਨੀ ਜੀ ਆਉਂਦੀ ਨਹੀਂ, ਪੰਜਾਬੀ ਨਹੀਂ ਆਉਂਦੀ, ਵੀ ਪੜ੍ਹਨਾ ਨਹੀਂ ਆਉਂਦਾ, ਸੁਣਨਾ ਵੀ ਨਹੀਂ ਆਉਂਦਾ, ਇੱਥੋਂ ਤੇ ਬਚ ਜਾਓਗੇ ਵੀ ਚਲੋ ਪੜ੍ਹਨਾ ਨਹੀਂ ਆਉਂਦਾ। ਹੁਣ ਤੁਸੀਂ ਕਿਵੇਂ ਕਹੋਗੇ ਮੈਨੂੰ ਸੁਣਨਾ ਵੀ ਨਹੀਂ ਆਉਂਦਾ ਜੀ? ਅਗਰ ਕੋਈ ਗੁਰੂ ਕਾ ਵਜ਼ੀਰ, ਕੋਈ ਗ੍ਰੰਥੀ ਪਾਠੀ ਸਿੰਘ ਤੁਹਾਡੇ ਘਰ ਸੇਵਾ ਕਰਨ ਆਉਂਦਾ ਹੈ ਤੇ ਮੁਬਾਰਕ ਹੈ, ਸ਼ੁੱਧ ਬਾਣੀ ਪੜ੍ਹੇਗਾ, ਪਰ ਉਹਦਾ ਲਾਭ, ਉਹਦੇ ਲਾਹੇਵੰਦ ਤੁਸੀਂ ਤਾਂ ਹੋਵੋਗੇ ਜੇ ਬੈਠ ਕੇ ਸੁਣੋਗੇ ਤਾਂ। ਇੱਥੇ ਸੁਣਤੇ ਪੁਨੀਤ ਵਾਲਾ ਤੁਹਾਨੂੰ ਪੁੰਨ ਫਲ ਮਿਲੇਗਾ। ਗੁਰੂ ਤੋਂ ਨਾਮ ਮਿਲਣਾ ਹੈ, ਨਾਮ ਗੁਰੂ ਤੋਂ ਬਿਨਾਂ ਕਿਸੇ ਨਹੀਂ ਜੇ ਦੇਣਾ ਤੁਹਾਨੂੰ। ਬਾਕੀ ਜੋ ਕੁਝ ਵੀ ਹੈ, ਕਿ ਮਤ ਸੋਚੋ ਕਿ ਕਿਸੇ ਹੋਰ ਚੋਂ ਤੁਹਾਨੂੰ ਇੰਨਾ ਰਸ ਆਏਗਾ। ਇਹ ਦਾਤ ਸਿਰਫ ਗੁਰੂ ਦੇ ਹਿੱਸੇ ਵਿੱਚ ਆਈ ਹੈ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਾਰੀ ਗੁਰਬਾਣੀ ਪੜ੍ਹ ਲਓ, ਗੁਰੂ ਨੂੰ ਇਹਨਾਂ ਦਾਤਾਂ ਦਾ ਦਾਤਾ ਕਿਹਾ ਹੈ, ਨਾਮ ਦਾ ਦਾਤਾ। ਤੇ ਗੁਰੂ ਨੇ ਇਹ ਦੱਸਿਆ ਵੀ ਜਿਹੜਾ ਬਾਕੀ ਦਾਤਾ ਹੈ ਉਹ ਪਰਮੇਸ਼ਰ ਹੈ, ਉਹ ਵਾਹਿਗੁਰੂ ਹੈ। ਹਾਂਜੀ। ਰਹਾਉ ਜੇ ਸੁਖ ਦੇਹ ਤਾਂ ਤੁਝੈ ਅਰਾਧੀ, ਦੁਖ ਵੀ ਤੁਝੈ ਧਿਆਈ। ਹਾਂ, ਇਹ ਹੁਣ ਮੇਰੀ ਤੁਹਾਡੇ ਨਾਲ ਕਮਿਟਮੈਂਟ ਹੈ, ਇਹ ਮੈਂ ਤੁਹਾਡੇ ਨਾਲ ਅੱਜ ਵਾਅਦਾ ਕਰਦਾ। ਤੁਸੀਂ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿਓ, ਤੁਸੀਂ ਮੈਨੂੰ ਉਹਦੇ ਦਰਸ਼ਨ ਕਰਾ ਦਿਓ, ਗੁਰੂ ਜੀ ਮਿਲਣ ਤੇ ਮੈਨੂੰ ਨਾਮ ਦੀ ਦਾਤ ਮਿਲ ਜਾਏ। ਤੇ ਇਹ ਮੇਰਾ ਵਾਅਦਾ ਰਿਹਾ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ। ਜਦੋਂ ਸੁਖ ਦੀ ਵਾਰੀ ਆਏਗੀ ਤੇ ਘਰ 'ਚ ਫੋਟੋ ਹੋਰ ਕੋਈ ਨਹੀਂ ਲਾਵਾਂਗਾ ਮੈਂ। ਅੱਜ ਤੁਹਾਡੀ ਗੱਡੀ 'ਚ ਫੋਟੋ ਕਿਸੇ ਹੋਰ ਦੀ ਹੈ, ਘਰ 'ਚ ਫੋਟੋ ਕਿਸੇ ਹੋਰ ਦੀ ਹੈ, ਪੁੱਛੋ ਤੇ ਜਵਾਬ ਵੀ ਇਹੀ ਹੈ, ਕਹਿੰਦੇ ਬਾਬਾ ਜੀ ਦੀ ਸਾਡੇ ਤੇ ਬੜੀ ਕਿਰਪਾ ਹੈ। ਪੁੱਛੋ ਵੀ ਤੁਹਾਡੇ ਬਜ਼ੁਰਗਾਂ ਤੇ ਵੀ ਇਹਨਾਂ ਦੀ ਸੀ? ਨਹੀਂ, ਉਦੋਂ ਤੇ ਬਾਬਾ ਜੀ ਹੁੰਦੇ ਨਹੀਂ ਸੀ, ਫਿਰ ਤੁਹਾਡੇ ਬਜ਼ੁਰਗਾਂ ਦਾ ਖੂਹ ਕਿਵੇਂ ਚੱਲਦਾ ਸੀ? ਹੈ ਬਦਕਿਸਮਤੀ ਸਾਡੀ ਵੀ ਦਾਦੇ ਪੜਦਾਦੇ ਤੁਹਾਡੇ ਰੋਟੀ ਮੰਗ ਕੇ ਖਾਂਦੇ ਸੀ? ਨਹੀਂ ਜੀ, ਉਹਨਾਂ ਤੇ ਕਿਰਪਾ ਕਿਹਦੀ ਸੀ? ਉਹ ਤਾਂ ਜੀ ਵਾਹਿਗੁਰੂ ਦੀ ਸੀ। ਤੇ ਤੁਸੀਂ ਵੀ ਥੋੜੀ ਜਿਹੀ ਵਾਹਿਗੁਰੂ ਤੋਂ ਲੈ ਲਓ। ਤੁਸੀਂ ਆ ਬਾਬਾ ਜੀ ਦੇ ਚੱਕਰ 'ਚ ਕਾਹਨੂੰ ਪੈ ਗਏ? ਹਰ ਮਹਾਂਪੁਰਖ ਪੂਜਣਯੋਗ ਹੈ, ਸਨਮਾਨਯੋਗ ਹੈ, ਸਤਿਕਾਰਯੋਗ ਹੈ, ਪਰ ਇਹ ਜ਼ਰੂਰ ਚੇਤਾ ਰੱਖਣਾ, ਸੰਤ ਜਪਾਵੈ ਨਾਮ, ਉਹ ਤੁਹਾਡਾ ਪ੍ਰੇਰਣਾ ਸਰੋਤ ਹੈ, ਉਹ ਤੁਹਾਡੇ ਲਈ ਇੱਕ ਮੀਲ ਪੱਥਰ ਹੈ। ਉਹ ਤੁਹਾਡੇ ਸਾਹਮਣੇ ਜੀਵਨ ਜਿਉ ਕੇ ਤੁਹਾਨੂੰ ਦੱਸਦਾ ਹੈ ਵੀ ਅੰਮ੍ਰਿਤ ਵੇਲੇ ਕਿਵੇਂ ਉੱਠਣਾ ਹੈ, ਪਾਠ ਕਿਵੇਂ ਕਰਨਾ ਹੈ। ਹੁਣ ਸਾਡੀ ਗਲਤੀ ਹੈ, ਅੱਜ ਅੱਧੇ ਤੋਂ ਜ਼ਿਆਦਾ ਪੰਜਾਬ ਬਾਹਰ ਚਲ ਚੱਲਿਆ। ਤੁਹਾਡੇ ਬੱਚੇ ਉੱਥੇ ਕੀ ਲੈਣ ਜਾਂਦੇ ਨੇ? ਪੜ੍ਹਨ ਵਾਸਤੇ। ਫਿਰ ਉੱਥੇ ਜਾ ਕੇ ਕੀ ਕਰਦੇ ਨੇ? ਮਾਸਟਰਾਂ ਮਗਰ ਤੁਰੇ ਫਿਰਦੇ ਨੇ? ਨਹੀਂ ਜੀ, ਪੜ੍ਹਦੇ ਮਾਸਟਰਾਂ ਕੋਲੋਂ ਨੇ। ਸਾਡੇ ਮੁਲਕ ਦੀ ਵੀ ਇਹੀ ਹਾਲਤ ਹੈ। ਜਿਹੜੇ ਬੱਚੇ ਮਾਸਟਰਾਂ ਮਗਰ ਤੁਰੇ, ਸਾਗ ਲੈ ਕੇ, ਮੂਲੀਆਂ ਲੈ ਕੇ, ਮੂੰਗਰੇ ਸੁੰਗਰੇ ਲੈ ਕੇ, ਗਾਜਰਾਂ ਲੈ ਕੇ, ਹਰਾ ਛੋਲੀਆਂ ਲੈ ਕੇ, ਸਾਰੇ ਝੱਲੀ ਢੋਂਦੇ ਨੇ, ਸਾਰੇ ਬਲਦਾਂ ਦੀਆਂ ਪੂਛਾਂ ਮਰੋੜਦੇ ਨੇ, ਸਾਰੇ ਢੱਗੇ ਕੁੱਟਦੇ ਨੇ। ਤੇ ਜਿਹੜੇ ਪੜ੍ਹਾਈ ਮਗਰ ਤੁਰੇ, ਉਹ ਜਿਨ੍ਹਾਂ ਸਕੂਲਾਂ 'ਚ ਮਾਸਟਰ ਪੜ੍ਹਾਉਂਦੇ ਸੀ, ਉਹ ਉਹਨਾਂ ਸਕੂਲਾਂ 'ਚ ਜਾ ਕੇ ਪ੍ਰਿੰਸੀਪਲ ਲੱਗ ਗਏ। ਹੁਣ ਤੁਸੀਂ ਫੈਸਲਾ ਕਰ ਲਓ ਕੀ ਕਰਨਾ ਹੈ। ਇਹਦਾ ਅਰਥ ਇਹ ਨਹੀਂ ਹੈ ਕਿ ਕੋਈ ਕਵੇ ਤੁਹਾਨੂੰ ਅੰਮ੍ਰਿਤ ਛਕਣ ਲਈ ਤੇ ਤੁਸੀਂ ਉਹਨੂੰ ਗੁਰੂ ਮੰਨ ਕੇ ਬਹਿ ਜਾਓ। ਉਹ ਤੁਹਾਡਾ ਇੱਕ ਬਹੁਤ ਵਧੀਆ ਤੁਹਾਡਾ ਮਿੱਤਰ ਹੈ,
ਜਿਨੇ ਤੁਹਾਨੂੰ ਚੰਗੀ ਸਲਾਹ ਦਿੱਤੀ ਹੈ। ਅਸੀਂ ਤਾਂ ਰੋਜ਼ ਕਹਿੰਦੇ ਆ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਅਸੀਂ ਚਾਹੁੰਦੇ ਹਾਂ ਐਸੇ ਅਧਿਆਪਕ ਟੀਚਰ ਸਾਨੂੰ ਮਿਲਣ, ਇਹੋ ਜਿਹੇ ਵਿਦਿਆ ਦਾਤੇ ਸਾਨੂੰ ਮਿਲਣ ਜਿਹੜੇ ਸਾਨੂੰ ਗੁਰਬਾਣੀ ਦੀ ਸੰਥਿਆ ਦੇਣ, ਜਿਹੜੇ ਸਾਨੂੰ ਗੁਰਬਾਣੀ ਪੜ੍ਹਾਉਣ। ਪਰ ਸਾਡੀ ਗਲਤੀ, ਅਸੀਂ ਉਹਨਾਂ ਨੂੰ ਹੀ ਗੁਰੂ ਮੰਨ ਕੇ ਬਹਿ ਗਏ, ਜਾਂ ਗੁਰੂ ਦੇ ਬਰਾਬਰ ਮੰਨ ਕੇ ਬਹਿ ਗਏ, ਜਾਂ ਗੁਰੂ ਵਰਗਾ ਹੀ ਮੰਨ ਕੇ ਬਹਿ ਗਏ। ਔਰ ਇਹ ਸਾਰਾ ਕੁਝ ਉਦੋਂ ਖਤਮ ਹੋ ਗਿਆ ਜਦੋਂ ਅਸੀਂ ਇਹ ਕਹਿ ਦਿੱਤਾ ਵੀ ਨਹੀਂ, ਸਾਡੇ ਮਹਾਂਪੁਰਖਾਂ ਤੋਂ ਪਰਾਂ ਤੇ ਨਾ ਕੋਈ ਗਿਆਨ ਹੋ ਸਕਦਾ ਹੈ, ਨਾ ਕੋਈ ਧਰਮ ਹੋ ਸਕਦਾ ਹੈ, ਨਾ ਕੋਈ ਮਰਿਆਦਾ ਹੋ ਸਕਦੀ ਹੈ। ਨਾ, ਇੱਦਾਂ ਨਾ ਕਰੀਏ ਆਪਾਂ। ਬੜੀਆਂ ਬੜੀਆਂ ਬੰਦਗੀ ਵਾਲੀਆਂ, ਨਾਮ ਸਿਮਰਨ ਵਾਲੀਆਂ, ਭਗਤੀ ਵਾਲੀਆਂ ਰੂਹਾਂ ਸਾਡੇ ਪੰਥ ਵਿੱਚ ਨੇ। ਔਰ ਗੁਰਬਾਣੀ 'ਚ ਲਿਖਿਆ ਵੀ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਜਿਨ੍ਹਾਂ ਦੀ ਭਗਤੀ ਉਹਨਾਂ ਨੇ ਕੀਤੀ ਹੈ, ਸਾਨੂੰ ਵੀ ਉਹਨਾਂ ਦੀ ਭਗਤੀ ਕਰਨੀ ਚਾਹੀਦੀ ਹੈ। ਜੇ ਪ੍ਰਮਾਤਮਾ ਤੂੰ ਮੈਨੂੰ ਸੁੱਖ ਦਵੇਂ ਤੇ ਮੈਂ ਤੇਰੇ ਨਾਲ ਵਾਅਦਾ ਕਰਦਾ, ਮੈਂ ਕਿਸੇ ਦੂਜੇ ਤੀਜੇ ਨੂੰ ਵਿੱਚ ਲੈ ਕੇ ਨਹੀਂ ਆਵਾਂਗਾ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਤੇ ਆਈ। ਜੇ ਮੈਨੂੰ ਦੁੱਖ ਤਕਲੀਫ ਹੋਈ, ਮੈਂ ਕਿਤੇ ਹੱਥ ਨਹੀਂ ਵਿਖਾਵਾਂਗਾ, ਮੈਂ ਕਿਸੇ ਜੋਤਸ਼ੀ ਕੋਲ ਨਹੀਂ ਜਾਵਾਂਗਾ, ਮੈਂ ਕਿਸੇ ਕਰਮ ਕਾਂਡੀ ਦੇ ਕਹਿਣ ਤੇ ਫਿਰ ਮੁੜ ਕੇ ਇਹ ਕਰਮ ਤੇ ਉਹ ਕਰਮ ਤੇ ਆਹ ਕਰਮ ਮੈਂ ਨਹੀਂ ਕਰਾਂਗਾ। ਮੈਂ ਦੁੱਖ ਵੀ ਹੋਏਗਾ ਤੇ ਤੇਰਾ ਸਿਮਰਨ ਕਰਾਂਗਾ, ਤੇਰੀ ਬਾਣੀ ਪੜਾਂਗਾ। ਤੂੰ ਮੈਨੂੰ ਇੱਕ ਵਾਰੀ ਗੁਰੂ ਨਾਲ ਮਿਲਾ ਦੇ। ਹਾਂਜੀ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਹੁਣ ਇਹ ਤੁਹਾਡਾ ਰੋਜ਼ ਦਾ ਨਿਤਨੇਮ ਸੀ, ਇਹ ਤੁਹਾਡਾ ਰੋਜ਼ ਦਾ ਨਿਤਨੇਮ ਸੀ। ਇਕ ਨਾ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਤਾਰ। ਜੇ ਭੁੱਖ ਦੇ ਤੇ ਤਾਂ ਵੀ ਮੈਂ ਤੈਨੂੰ ਸਿਮਰਾਂਗਾ। ਇਤ ਹੀ ਰਾਜਾ, ਮੈਂ ਕਦੇ ਕਿਸੇ ਨੂੰ ਜਾ ਕੇ ਨਹੀਂ ਕਵਾਂਗਾ। ਜਿਸ ਸਿੱਖ ਨੇ ਭਾਈ ਲਹਿਣੇ ਨੂੰ ਸਿੱਖ ਬਣਾਇਆ, ਉਹਦੀ ਕਥਾ ਹੀ ਇਹ ਹੈ। ਉਹਨਾਂ ਨੇ ਆਟਾ ਹੋਰ ਪਾ ਦਿੱਤਾ, ਦਾਲ ਹੋਰ ਪਾ ਦਿੱਤੀ। ਉਹਨੇ ਕਿਹਾ ਰੱਬ ਦਾ ਵਾਸਤਾ ਮੈਨੂੰ ਨਹੀਂ ਚਾਹੀਦੀ, ਮੈਨੂੰ ਖਰਾਤ ਨਹੀਂ ਚਾਹੀਦੀ, ਮੈਨੂੰ ਮੇਰੇ ਪੈਸਿਆਂ ਦਾ ਸਮਾਨ ਚਾਹੀਦਾ ਹੈ। ਉਹ ਕਹਿੰਦਾ, ਉਹ ਭਲਿਆ ਤੇਰੇ ਪੈਸੇ ਘੱਟ ਨੇ, ਤੇਰਾ ਪਰਿਵਾਰ ਵੱਡਾ ਹੈ, ਤੇ ਤੂੰ ਹੁਣ ਸ਼ਾਮੀ ਆਇਆ ਤੇ ਰਾਤ ਦੀ ਰੋਟੀ ਨਹੀਂ ਪੂਰੀ ਆਉਣੀ, ਸਵੇਰੇ ਉੱਠ ਕੇ ਕੀ ਖਾਏਗਾ? ਉਹ ਕਹਿੰਦਾ ਨਾ, ਤੂੰ ਮੈਨੂੰ ਓਨਾ ਹੀ ਦੇ। ਕਹਿੰਦਾ ਮੈਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ? ਇੰਨੀ ਤੇ ਗੱਲ ਸੀ। ਇਹ ਸਿੱਖਾ ਤੂੰ ਸਾਬਤ ਕਰਨਾ ਸੀ ਕਿ ਮੈਂ ਭੁੱਖਾ ਵੀ ਹਾਂ, ਪਰ ਮੈਂ ਕਿਸੇ ਅੱਗੇ ਹੱਥ ਨਹੀਂ ਅੱਡਾਂਗਾ, ਮੈਂ ਕਿਸੇ ਦੇ ਅੱਗੇ ਤਰਲੇ ਨਹੀਂ ਕਰਾਂਗਾ। ਅੱਜ ਤੇ ਕੋਈ ਛੋਟਾ ਜਿਹਾ ਲਾਲਚ ਦੇ ਦੇ, ਮੈਂ ਤੇਰਾ ਪਾਸਪੋਰਟ ਬਣਾ ਦੇਣਾ। ਕਹਿੰਦਾ ਦੱਸ ਕਰਨਾ ਕੀ ਹੈ? ਉਹ ਕਹਿੰਦਾ ਜੀ ਵਾਲ ਕਟਾਉਣੇ ਨੇ। ਕਹਿੰਦਾ ਹੁਣੇ ਚੱਕ। ਉਹ ਕਹਿੰਦਾ ਮੈਂ ਤੇਰਾ ਵੀਜ਼ਾ ਲਵਾ ਦੇਣਾ। ਕਹਿੰਦਾ ਦੱਸੋ ਕਰਨਾ ਕੀ ਹੈ? ਕਹਿੰਦਾ ਨੱਤੀਆਂ ਪਾਉਣੀਆਂ। ਕਹਿੰਦਾ ਲੈ ਹੁਣੇ ਲੈ। ਤੁਸੀਂ ਦੱਸੋ ਕਰਾਉਣਾ ਕੀ ਹੈ ਬੰਦੇ ਕੋਲੋਂ? ਏਡਾ ਲਾਲਚ ਹੈ। ਅੱਜ ਵੀ ਪਾਕਿਸਤਾਨ ਦੇ ਮੁਸਲਮਾਨ ਕਹਿੰਦੇ ਨੇ, ਉਹ ਜੇ ਤੁਸੀਂ ਇਹੋ ਕੁਝ ਹੀ ਕਰਨਾ ਸੀ ਤੇ ਏਡੀਆਂ ਏਡੀਆਂ ਜਾਇਦਾਦਾਂ ਤੇ ਏਡਾ ਕੁਝ ਤੁਸੀਂ ਇੱਥੋਂ ਕਿਉਂ ਛੱਡ ਕੇ ਗਏ? ਉਦੋਂ ਸਿੱਖੀ ਪਿੱਛੇ ਤੁਸੀਂ ਮਰ ਗਏ, ਲੱਖਾਂ ਸਿੱਖ ਵੱਢੇ ਗਏ ਉਦੋਂ ਸਾਡੇ, ਲੱਖਾਂ ਲੱਖਾਂ ਬਜ਼ੁਰਗ ਸਾਡੇ ਸ਼ਹੀਦ ਹੋਏ। ਉਹਨਾਂ ਕਿਹਾ ਨਹੀਂ, ਅਸੀਂ ਮੁਸਲਮਾਨ ਨਹੀਂ ਬਣਨਾ, ਸਭ ਕੁਝ ਛੱਡਣਾ ਮਨਜ਼ੂਰ ਹੈ। ਅੱਜ ਕਿਹਨੂੰ ਦਸੀਏ ਬਟਵਾਰਾ ਕਿਹਦਾ ਹੋਇਆ? ਬਟਵਾਰਾ ਹਿੰਦੁਸਤਾਨ ਦਾ ਨਹੀਂ ਹੋਇਆ, ਸਿਰਫ ਪੰਜਾਬ ਦਾ ਹੋਇਆ। ਉਹ ਪੰਜਾਬੀ ਮੁਸਲਮਾਨਾਂ ਦਾ ਹੋਇਆ ਤੇ ਪੰਜਾਬੀ ਸਿੱਖਾਂ ਦਾ ਹੋਇਆ। ਥੋੜੇ ਜਿਹੇ ਵਿੱਚ ਦੂਜੇ ਧਰਮਾਂ ਦੇ ਲੋਕ ਵੀ ਸਨ।
ਕੀ ਭੁੱਖ ਹੋਵੇ ਤੇ ਕਵਾਂਗੇ ਅਸੀਂ ਰੱਜੇ ਹੋਏ ਆ ਜੀ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਮੈਂ ਦੁਖੀ ਵੀ ਹੋਵਾਂਗਾ ਤੇ ਮੈਨੂੰ ਕੋਈ ਪੁੱਛੇਗਾ ਵੀ ਕੀ ਹਾਲ ਹੈ, ਤੇ ਮੈਂ ਕਵਾਂਗਾ ਚੜ੍ਹਦੀ ਕਲਾ ਹੈ। ਅੱਜ ਇਹ ਸ਼ਬਦ ਸਿਰਫ ਨਿਹੰਗ ਸਿੰਘਾਂ ਕੋਲ ਹੈ। ਤੇ ਸਾਡੇ ਜਿਹਨੂੰ ਮਰਜ਼ੀ ਪੁੱਛ ਲਓ ਕੀ ਹਾਲ ਹੈ, ਕਹਿੰਦਾ ਜੀ ਬੁਰਾ ਹਾਲ ਹੈ। ਤੇ ਪੁੱਛੋ ਵੀ ਮੈਂ ਐਂਬੂਲੈਂਸ ਲਈ ਫਿਰਦਾ ਤੇਰੇ ਲਈ। ਕੰਮਕਾਰ ਦਾ ਕੀ ਹਾਲ ਹੈ, ਕਹਿੰਦਾ ਮਾੜਾ। ਤੇ ਮੈਂ ਕਿਹੜਾ ਬਲੈਂਕ ਚੈੱਕ ਲੈ ਕੇ ਤੁਰਿਆ ਫਿਰਦਾ ਵੀ ਲਓ ਭਰ ਲਓ ਜੀ ਜਿੰਨਾ ਭਰਨਾ। ਤੁਹਾਡੇ ਗੁਰੂ ਨੇ ਕਿਹਾ ਸੀ ਉਹ ਨਾ ਰੋਵੀਂ ਕਿਸੇ ਕੋਲੇ। ਮੈਂ ਤੇ ਇੱਥੇ ਵੀ ਪਹਿਲਾਂ ਵੀ ਬੇਨਤੀ ਕਰਕੇ ਗਿਆ ਵੀ ਜਦੋਂ ਤੁਸੀਂ ਰੋਵੋਗੇ ਤੇ ਮੇਰੇ ਵਰਗਾ ਹੱਥ ਕਰਕੇ ਕਵੇਗਾ ਨਾ ਰੋ ਜੀ। ਹੱਸੋਗੇ ਤੇ ਨਾਲ ਹੱਸਣਗੇ ਤੁਹਾਡੇ। ਰੋਣਾ ਸਿਰਫ ਤੁਹਾਡੇ ਇਕੱਲਿਆਂ ਦਾ ਹੈ, ਕਿਸੇ ਨੂੰ ਦੁੱਖ ਦੱਸਣ ਦਾ ਫਾਇਦਾ ਨਹੀਂ ਹੈ। ਹੁਣ ਆਪਾਂ ਕੀ ਜਿਸ ਤੇ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਉਹ ਅਸੀਂ ਨਹੀਂ ਮੰਨਦੇ ਭਾਈ। ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬਿਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਜੇ ਭੁੱਖਾ ਵੀ ਹੋਵਾਂਗਾ ਤੇ ਮੈਂ ਕਿਸੇ ਨੂੰ ਨਹੀਂ ਕਵਾਂਗਾ ਮੈਂ ਭੁੱਖਾ। ਮੈਂ ਆਪਣੇ ਆਪ ਨੂੰ ਕਵਾਂਗਾ ਮੈਂ ਮੇਰੇ ਕੋਲ ਬਹੁਤ ਕੁਝ ਹੈ ਜੀ, ਮੈਂ ਠੀਕ ਆ। ਅੱਜ ਕੱਲ੍ਹ ਦੇ ਇੱਕ ਬੱਚੇ ਬੜੀ ਵਧੀਆ ਗੱਲ ਕਹਿੰਦੇ ਨੇ, ਪੁੱਤ ਕੀ ਹਾਲ ਹੈ? ਉਹ ਇਹ ਨਹੀਂ ਕਹਿੰਦੇ ਠੀਕ ਹੈ, ਕਹਿੰਦਾ ਮੈਂ ਠੀਕ ਆ। ਨੋਟ ਕਰਿਓ ਜੀ, ਤੁਹਾਡਾ ਬੱਚੇ ਨੂੰ ਪੁੱਛਿਓ ਪੁੱਤ ਕੀ ਹਾਲ ਹੈ, ਉਹ ਕਦੇ ਨਹੀਂ ਕਹੇਗਾ ਠੀਕ ਹੈ, ਕਹੂਗਾ ਮੈਂ ਠੀਕ ਆ। ਹਰ ਸਿੱਖ ਨੂੰ ਕਹਿਣਾ ਚਾਹੀਦਾ ਹੈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ। ਮੈਂ ਕਿਸੇ ਨੂੰ ਨਹੀਂ ਕਵਾਂਗਾ ਮੈਂ ਭੁੱਖਾ। ਤੇ ਦੁੱਖ ਵਿੱਚ ਸੂਖ ਮਨਾਈ। ਜਿੰਨਾ ਮਰਜ਼ੀ ਦੁੱਖ ਹੋਵੇ ਮੈਂ ਕਿਸੇ ਅੱਗੇ ਜਾ ਕੇ ਰੋਵਾਂਗਾ ਨਹੀਂ, ਮੈਂ ਉਹਦੇ ਵਿੱਚ ਸੁੱਖ ਮਹਿਸੂਸ ਕਰਾਂਗਾ। ਹਾਂਜੀ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਆਪਣਾ ਤਨ ਮਨ ਕੱਟ ਕੱਟ ਕੇ ਵੀ ਪਾਉਣਾ ਪਿਆ, ਅੱਗ ਦੇ ਵਿੱਚ ਸਾੜਨਾ ਪਿਆ, ਸਾੜ ਦਿਆਂਗਾ। ਇਤਿਹਾਸ ਦੀ ਕਥਾ ਕਹਿੰਦੀ ਹੈ ਕਿ ਇਹ ਸਵਾਲ ਸਾਈਂ ਮੀਆਂ ਮੀਰ ਜੀ ਨੇ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕੋਲੋਂ ਪੁੱਛਿਆ ਸੀ। ਇਹਦਾ ਅਰਥ ਸਾਈਂ ਮੀਆਂ ਮੀਰ ਬਾਣੀ ਸੁਣਦੇ ਜਾਂ ਪੜ੍ਹਦੇ ਹੋਣਗੇ ਕਿ ਕੀ ਗੁਰੂ ਅਰਜਨ ਸਾਹਿਬ ਇਹ ਸੰਭਵ ਹੈ? ਤਾਂ ਇਤਿਹਾਸ ਕਹਿੰਦਾ ਕਿ ਜਦੋਂ ਚੰਦੂ ਦੀ ਹਵੇਲੀ ਸੀ ਤਾਂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੂੰ ਸਾਈਂ ਮੀਆਂ ਮੀਰ ਜਦੋਂ ਮਿਲਣ ਆਏ ਤੇ ਸਤਿਗੁਰਾਂ ਨੇ ਕਿਹਾ ਸਾਈਂ ਜੀ ਚੰਗਾ ਹੋਇਆ ਤੁਸੀਂ ਆ ਗਏ, ਤੁਹਾਡੇ ਸਵਾਲ ਦਾ ਇੱਕ ਜਵਾਬ ਬਾਕੀ ਸੀ। ਤੋ ਸਾਖੀ ਵਿੱਚ ਆਉਂਦਾ ਵੀ ਸਾਈਂ ਜੀ ਕਹਿਣ ਲੱਗੇ ਵੀ ਮੈਂ ਸਵਾਲ ਨਹੀਂ ਪੁੱਛਣ ਆਇਆ, ਮੈਨੂੰ ਤਾਂ ਪਤਾ ਲੱਗਾ ਸੀ ਮੈਂ ਰਹਿ ਨਹੀਂ ਸਕਿਆ। ਬਾਕੀ ਰਹੀ ਸਵਾਲ ਦੇ ਜਵਾਬ ਦੀ ਗੱਲ, ਕਹਿਣ ਲੱਗੇ ਹੁਣ ਮੈਂ ਤੇ ਵੇਖ ਲਿਆ, ਇਹਦੇ ਲਈ ਹੋਰ ਪ੍ਰਮਾਣ ਕੀ ਚਾਹੀਦਾ? ਸਿੱਖਾਂ ਨੇ ਆਪਾ ਕੁਰਬਾਨ ਕੀਤਾ ਔਰ ਗੁਰੂਆਂ ਨੇ ਕਰਕੇ ਦੱਸਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪਰ ਤੈਨੂੰ ਨਹੀਂ ਛੱਡਾਂਗਾ। ਹਾਂਜੀ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ। ਜੋ ਦੇਵੇਂਗਾ ਮੈਂ ਖਾ ਲਵਾਂਗਾ, ਮੈਂ ਪਾਣੀ ਵੀ ਢੋਵਾਂਗਾ, ਪੱਖਾ ਵੀ ਫੇਰਾਂਗਾ। ਹਾਂਜੀ। ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਹੋ ਵਡਿਆਈ। ਮੈਂ ਗਰੀਬ ਨਾਨਕ ਤੁਹਾਡੇ ਦਰ ਤੇ ਢਹਿ ਪਿਆ, ਮੈਂ ਆ ਕੇ ਡਿੱਗ ਪਿਆ ਤੁਹਾਡੇ ਦਰ ਤੇ। ਹੁਣ ਤੁਸੀਂ ਕਿਰਪਾ ਕਰਕੇ ਮੈਨੂੰ ਮਿਲਾ ਲੈਣਾ। ਹਾਂਜੀ। ਅੱਖੀ ਕਾੜ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਮੈਂ ਤਾਂ ਆਪਣੀਆਂ ਅੱਖਾਂ ਵੀ ਤੁਹਾਡੇ ਚਰਨਾਂ ਦੇ ਥੱਲੇ ਰੱਖ ਦਿਆਂਗਾ, ਪੈਰਾਂ ਦੇ ਥੱਲੇ। ਤੁਸੀਂ ਮੇਰੇ ਤੇ ਕਿਰਪਾ ਕਰਦੇ ਹੋ। ਜੇ ਮੈਨੂੰ ਸਾਰੀ ਧਰਤੀ ਵੀ ਫਿਰਨੀ ਪਵੇ ਤੇ ਮੈਂ ਚਾਹੁੰਦਾ ਕਿ ਮੈਨੂੰ ਉਹ ਮਤ ਮਿਲ ਜਾਏ, ਗਿਆਨ ਮਿਲ ਜਾਏ। ਹਾਂਜੀ। ਜੇ ਪਾਸ ਬਹਾਲ ਹੈ ਤਾ ਤੁਝੈ ਅਰਾਧੀ,
ਜੇ ਮਾਰ ਕੱਢੈ ਪੀ ਧਿਆਈ। ਕੋਲ ਬਿਠਾਵੇਂਗਾ ਤੇ ਤਾਂ ਵੀ ਤੇਰੀ ਆਰਾਧਨਾ ਕਰਾਂਗਾ। ਜੇ ਕਦੇ ਮਾਰ ਕੱਢੇਗਾ, ਬਾਹਰ ਕੱਢ ਦੇਵੇਂਗਾ ਮਾਰ ਕੇ, ਤਾਂ ਸਿਮਰਨ ਤੇਰਾ ਹੀ ਕਰਾਂਗਾ, ਯਾਦ ਤੈਨੂੰ ਹੀ ਕਰਾਂਗਾ। ਹਾਂਜੀ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ। ਜੇ ਨਿੰਦੈ ਤਾਂ ਛੋੜ ਨਾ ਜਾਈ। ਜੇ ਲੋਕ ਚੰਗਾ ਕਹਿਣਗੇ ਤੇ ਇਹ ਤੇਰੀ ਉਪਮਾ ਹੈ। ਜੇ ਲੋਕ ਨਿੰਦਿਆ ਵੀ ਕਰਨਗੇ ਤੇ ਪਰ ਮੈਂ ਤਾਂ ਤੁਹਾਨੂੰ ਨਹੀਂ ਛੱਡਾਂਗਾ। ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ। ਹਾਂਜੀ। ਜੇ ਤੁਧ ਵੱਲ ਰਹਿ ਤਾਂ ਕੋਈ ਕਿਹੂ ਆਖੋ। ਤੁਧ ਵਿਸਰਿਆ ਮਰ ਜਾਈ। ਜੇ ਤੂੰ ਮੇਰੇ ਵੱਲ ਹੋਵੇਂਗਾ ਤੇ ਦੁਨੀਆ ਕੀ ਕਹਿੰਦੀ ਹੈ, ਮੈਨੂੰ ਕੋਈ ਉਹਦੇ ਨਾਲ ਵਾਸਤਾ ਨਹੀਂ ਹੈ। ਮੈਨੂੰ ਇੰਨਾ ਜ਼ਰੂਰ ਪਤਾ ਹੈ ਤੁਸੀਂ ਵਿਸਰ ਜਾਓਗੇ ਤੇ ਮੈਂ ਮਰ ਜਾਵਾਂਗਾ। ਹਾਂਜੀ। ਵਾਰ ਵਾਰ ਜਾਈ ਗੁਰ ਉਪਰ। ਪੈ ਪੈਰੀ ਸੰਤ ਮਨਾਈ। ਮੈਂ ਵਾਰ-ਵਾਰ ਗੁਰੂ ਤੋਂ ਕੁਰਬਾਨ ਜਾਵਾਂਗਾ। ਗੁਰੂ ਦੇ ਚਰਨਾਂ ਤੇ ਢਹਿ ਢਹਿ ਕੇ ਪੈ ਪੈ ਕੇ ਗੁਰੂ ਪਿਤਾ ਮਹਾਰਾਜ ਨੂੰ ਮਨਾਵਾਂਗਾ। ਹਾਂਜੀ। ਨਾਨਕ ਵਿਚਾਰਾ ਭਇਆ ਦੀਵਾਨਾ। ਹਰ ਤੋ ਦਰਸ਼ਨ ਕੈ ਤਾਈ। ਇਹ ਪ੍ਰਮਾਤਮਾ ਮੈਂ ਨਾਨਕ ਤਾਂ ਦੀਵਾਨਾ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ, ਤੇ ਲਾਲਚ ਕਿੰਨਾ ਹੈ? ਸਿਰਫ ਦਰਸ਼ਨ ਹਰ ਦੇਖਣ ਕੈ ਤਾਈ, ਤੋ ਦਰਸ਼ਨ ਕੈ ਤਾਈ। ਇਹ ਦੂਜੀ ਪੰਕਤੀ ਹੈ। ਜਿਹੜਾ ਰਹਾਉ ਦਾ ਬੰਦ ਹੈ, ਗੱਲ ਉੱਥੇ ਹੀ ਰੁਕਣੀ ਹੈ ਕਿ ਦਰਸ਼ਨ ਹਰ ਦੇਖਣ ਕੈ ਤਾਈ। ਸਿਰਫ ਤੇਰਾ ਇੱਕ ਦੀਦਾਰ ਚਾਹੁੰਦਾ ਮੈਂ। ਚਖੜ ਝਾਗੀ ਮੀਹੋ ਵਰਸੈ। ਭੀ ਗੁਰ ਦੇਖਣ ਜਾਈ। ਜੇ ਝਖੜ ਝਾਂਗੀ ਵੀ ਦਾ ਸਮਾਂ ਹੋਵੇਗਾ, ਮੀਂਹ ਪਵੇਗਾ, ਦਰਸ਼ਨ ਕਰਨ ਤੇਰੇ ਹੀ ਆਵਾਂਗਾ। ਹੁਣ ਕਿੱਥੇ ਪਹੁੰਚ ਗਿਆ ਆਪਾਂ? ਗਿਆਨੀ ਜੀ ਉੱਥੇ ਸਰਾਹ ਹੈਗੀ ਹੈ? ਹਾਂ ਹੈਗੀ। ਏਸੀ ਕਮਰੇ ਵੀ ਹੈਗੇ ਨੇ? ਹਾਂ ਹੈਗੇ ਨੇ। ਵਾਈਫਾਈ ਵੀ ਹੈਗਾ। ਵੇਖ ਲਿਓ ਤੁਸੀਂ, ਅੱਗੇ ਆ ਜਾਣਾ ਕੰਮ। ਉਹ ਵੀ ਦਿਨ ਦੂਰ ਨਹੀਂ ਜਦੋਂ ਪੁੱਛਣਾ ਵੀ ਰੂਮ ਸਰਵਿਸ ਵੀ ਹੈਗੀ ਹੈ, ਕਿਉਂਕਿ ਯਾਤਰਾ ਤੇ ਜਾਣਾ ਹੈ ਨਾ। ਕਿੱਥੇ ਉਹ ਸਿੱਖੀ, ਕਿੱਥੇ ਆ ਸਿੱਖੀ। ਕਿ ਅੱਜ ਅਸੀਂ ਸਰਾਂ 'ਚ ਵੀ ਵਾਈਫਾਈ ਚਾਹੁੰਦੇ ਹਾਂ। ਸਿੱਖੀ ਇਹ ਸੀ ਕਿ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ। ਝੱਖੜ ਝੁੱਲ ਰਿਹਾ ਹੈ, ਮੀਂਹ ਪੈ ਰਿਹਾ ਹੈ, ਸਿੱਖ ਤੁਰਿਆ ਜਾ ਰਿਹਾ ਹੈ। ਹਾਂਜੀ। ਸਮੁੰਦ ਸਾਗਰ ਹੋਵੈ ਬਹੁ ਖਾਰਾ। ਗੁਰ ਸਿੱਖ ਲੰਗ ਗੁਰ ਪਹਿ ਜਾਈ। ਲੱਖ ਸਮੁੰਦਰ ਖਾਰਾ ਹੋਵੇ, ਭਰਿਆ ਹੋਵੇ, ਸਿੱਖ ਨਹੀਂ ਰੁਕ ਸਕਦਾ। ਉਸ ਖਾਰੇ ਸਮੁੰਦਰ ਚੋਂ ਲੰਘ ਕੇ ਵੀ ਗੁਰੂ ਦੇ ਦਰਸ਼ਨ ਕਰਨ ਜਾਏਗਾ। ਹਾਂਜੀ। ਜਿਉ ਪ੍ਰਾਨੀ ਜਲ ਬਿਨ ਹੈ ਮਰਤਾ। ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਪਾਣੀ ਤੋਂ ਬਿਨਾ ਜੀਵ ਮਰਦੇ ਨੇ, ਮਨੁੱਖ ਮਰਦੇ ਨੇ, ਗੁਰੂ ਤੋਂ ਬਿਨਾ ਸਿੱਖ ਦੀ ਇਹ ਅਵਸਥਾ ਹੈ। ਇਹ ਜਿਹੜੇ ਸ਼ਬਦ ਨੇ ਨਾ, ਇਹ ਕਹਾਵਤਾਂ ਨਹੀਂ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਗੁਰ ਕੇ ਦਰਸ਼ਨ ਦੇਖ ਦੇਖ ਜੀਵਾਂ। ਇਹ ਜੀਵਨ ਹੈ ਗੁਰਸਿੱਖਾਂ ਦਾ। ਇਹ ਪੁਰਾਤਨ ਗੁਰਸਿੱਖਾਂ ਦੀ ਕਮਾਈ ਸੀ। ਅੱਜ ਦੀ ਕਮਾਈ ਦਾ ਧਿਆਨ ਤੇ ਇਹੀ ਹੈ ਵੀ ਬੰਦਾ ਮਰ ਰਿਹਾ ਹੁੰਦਾ ਤਾਂ ਆਪਾਂ ਲਾਉਂਦੇ ਹਾਂ ਹਿਸਾਬ, ਪੈਸਾ ਤਾਂ ਬੈਂਕ 'ਚ ਬੜਾ ਹੈ, ਪ੍ਰੋਪਰਟੀ ਬੜੀ ਛੱਡ ਗਿਆ। ਪੁਰਾਣੇ ਗੁਰਸਿੱਖਾਂ ਦੀ ਕਮਾਈ ਇਹ ਨਹੀਂ ਸੀ ਹੁੰਦੀ। ਉਹਨਾਂ ਦੀ ਕਮਾਈ ਹੁੰਦੀ ਸੀ ਜੀਵਨ। ਸਮੇਂ ਦੀ ਇੱਕ ਆਪਣੀ ਸੀਮਾ ਹੈ। ਔਰ ਇਹ ਜੋ ਕੁਝ ਅਸੀਂ ਗਵਾ ਰਹੇ ਹਾਂ ਨਾ, ਇਹ ਇੱਥੇ ਮੁੱਕਣੀ ਨਹੀਂ ਹੈ ਗੱਲ। ਅੱਜ ਤੇ ਜਦੋਂ ਕਿਸੇ ਬਜ਼ੁਰਗ ਦਾ ਭੋਗ ਪੈਂਦਾ ਤੇ ਕੋਈ ਉੱਠ ਕੇ ਕਹਿੰਦਾ ਵੀ ਬਾਪੂ ਜੀ ਸਵੇਰੇ ਗੁਰਦੁਆਰੇ ਆਉਂਦੇ ਹੁੰਦੇ ਸੀ ਤੇ ਭੋਗ ਗੁਰਦੁਆਰੇ ਪੈਂਦਾ। ਜਦੋਂ ਇਹ ਸਾਰੀਆਂ ਗੱਲਾਂ ਮੁੱਕ ਗਈਆਂ ਤੇ ਬੱਚਿਆਂ ਨੇ ਕਹਿਣਾ ਗੁਰਦੁਆਰੇ ਭੋਗ ਨਾ ਪਾਇਓ, ਉੱਥੇ ਸਾਡੇ ਬਾਪੂ ਬਾਰੇ ਤੇ ਕਿਸੇ ਨੇ ਕੁਝ ਬੋਲਣਾ ਹੀ ਨਹੀਂ। ਕੀ ਬੋਲੋਗੇ ਤੁਸੀਂ? ਵੀ ਉਹਦੀ ਬਰਾਂਡਡ ਅਜੇ ਵੀ ਫਰਿੱਜ 'ਚ ਪਈ ਹੈ, ਇਹ ਬੋਲੋਗੇ ਤੁਸੀਂ? ਅਸੀਂ ਕੇਵਲ ਅੱਜ ਦਾ ਨਹੀਂ, ਅਸੀਂ ਆਪਣਾ ਇਤਿਹਾਸ ਗਵਾ ਰਹੇ ਹਾਂ। ਮੈਨੂੰ ਖਿਮਾ ਕਰਨਾ, ਭੋਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੈਣੋਂ ਹਟ ਜਾਣੇ ਨੇ।
ਇਹ ਮਤ ਸੋਚਣਾ ਵੀ ਚਲੋ ਥੋੜੀ ਬਹੁਤੀ ਢਿੱਲ ਮੱਠ ਨਾਲ ਕੀ ਫਰਕ ਪੈਂਦਾ ਹੈ। ਇਹ ਢਿੱਲ ਮੱਠ ਨੇ ਤੁਹਾਡਾ ਬਿਲਕੁਲ ਸਭ ਕੁਝ ਖਤਮ ਕਰ ਦੇਣਾ ਹੈ। ਅੱਜ ਤੇ ਫਿਰ ਕਿਹਾ ਜਾਂਦਾ ਹੈ ਵੀ ਮਾਤਾ ਜੀ ਸਵੇਰੇ ਉੱਠੇ ਜੀ। ਇੱਕ ਦਿੱਲੀ ਦੀ ਕਥਾ ਹੈ, ਸਵੇਰੇ ਉੱਠਦੇ ਸੀ ਜੀ, ਗੁਰਦੁਆਰੇ ਜਾਂਦੇ ਸੀ ਜੀ, ਉੱਥੋਂ ਜਦੋਂ ਮਹਾਰਾਜ ਦੀ ਸਵੇਰੇ ਦੀਵਾਨ ਦੀ ਸਮਾਪਤੀ ਹੁੰਦੀ ਫਿਰ ਘਰ ਆਉਂਦੇ, ਪ੍ਰਸ਼ਾਦਾ ਛਕਦੇ। ਜਿੱਦਣ ਮੌਤ ਹੋਈ ਕਹਿੰਦੇ ਉਦਣ ਵੀ ਇਦਾਂ ਹੀ ਹੋਇਆ। ਇਹ ਹਕੀਕਤ ਹੈ। ਹੁਣ ਬੱਚਾ ਸੁਣਾ ਰਿਹਾ, ਮੈਂ ਸੁਣ ਰਿਹਾ, ਪਰ ਉਹ ਗੱਲ ਮੇਰੇ ਦਿਮਾਗ ਚੋਂ ਨਿਕਲਦੀ ਨਹੀਂ। ਮੈਂ ਕਹਿੰਦਾ ਵੀ ਇਹ ਤੇ ਇਹੋ ਜਿਹੀਆਂ ਮਾਈਆਂ 20 ਸਾਲਾਂ 'ਚ ਮੁੱਕ ਜਾਣੀਆਂ ਨੇ, ਤੇ 20 ਸਾਲਾਂ ਬਾਅਦ ਜੇ ਕੋਈ ਮੇਰੇ ਵਰਗਾ ਪੁੱਛੇ ਵੀ ਮਾਤਾ ਜੀ ਬਾਰੇ ਦੱਸੋਗੇ ਕੁਝ, ਤੇ ਕੀ ਦੱਸੋਗੇ? ਇਹੀ ਦੱਸੋਗੇ ਕਿ ਰਾਤੀ ਟੀਵੀ ਸੀਰੀਅਲ ਵੇਖਦੀ ਵੇਖਦੀ ਸੁੱਤੀ, ਸਵੇਰੇ ਉੱਠੀ ਨਹੀਂ। ਕੀ ਕਹੋਗੇ? ਕੋਈ ਹੈ ਸੁਣਾਉਣ ਨੂੰ? ਕੋਈ ਬਚੂਗਾ ਕੁਛ? ਜਦੋਂ ਬਚਣਾ ਕੁਝ ਨਹੀਂ ਤੇ ਬੱਚਿਆਂ ਨੇ ਕਹਿਣਾ ਅਸੀਂ ਗੁਰਦੁਆਰੇ ਭੋਗ ਹੀ ਨਹੀਂ ਪਾਉਣਾ, ਕਿਉਂਕਿ ਇਹ ਤੇ ਸਾਡੇ ਮੰਮੀ ਬਾਰੇ ਕੋਈ ਚੰਗਾ ਕਹਿਣਗੇ ਨਹੀਂ। ਵੀ ਚੰਗਾ ਹੁਣ ਕੀ ਕਹੀਏ ਕਿ ਮੰਮਾ ਬ੍ਰਾਂਡਡ ਕੱਪੜੇ ਪਾਉਂਦੀ ਹੁੰਦੀ ਸੀ, ਮੰਮਾ ਬੜਾ ਸੋਹਣਾ ਹੇਅਰ ਸਟਾਈਲ ਬਣਾਉਂਦੀ ਹੁੰਦੀ ਸੀ, ਬੜੇ ਮਹਿੰਗੇ ਸਲੂਨ ਵਿੱਚ ਜਾਂਦੀ ਸੀ। ਕੌਣ ਗੱਲਾਂ ਤੁਹਾਡੀਆਂ ਕਰੇਗਾ? ਕਿਸੇ ਨੇ ਜੇ ਕਰਨੀਆਂ। ਤੁਹਾਡਾ ਅਰਦਾਸ ਵਿੱਚੋਂ ਨਾ ਚਲੇ ਜਾਣਾ ਹੈ। ਮਤ ਸੋਚੋ ਉਹ ਜੀ ਲਿਮਕਾ ਬੁੱਕ 'ਚ ਨਾ ਹੋਣਾ ਚਾਹੀਦਾ, ਗਿਨੀਜ਼ ਬੁੱਕ 'ਚ ਨਾ ਹੋਣਾ ਚਾਹੀਦਾ। ਉਹ ਹੋਏਗਾ, ਪੜ੍ਹੇਗਾ ਕੌਣ? ਆਪਣਾ ਅਰਦਾਸ ਵਿੱਚ ਹੀ ਨਾਂ ਲਿਖਾ ਲਓ, ਹਰ ਸਿੱਖ ਰੋਜ਼ ਕਵੇਗਾ ਤਾਂ ਸਹੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ। ਇੰਨਾ ਕੰਮ ਹੀ ਕਰ ਲਓ, ਘੱਟੋ ਘੱਟ ਅਰਦਾਸ ਵਿੱਚ ਤੇ ਨਾ ਰਹਿ ਜਾਏਗਾ ਨਾ ਸਾਡਾ। ਹਾਂਜੀ। ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ। ਜਿਵੇਂ ਮੀਂਹ ਪਵੇ ਤੇ ਧਰਤੀ ਸ਼ੋਭਾ ਪਾਉਂਦੀ ਹੈ, ਗੁਰੂ ਦੇ ਦੀਦਾਰ ਕਰਕੇ ਗੁਰਸਿੱਖ ਦਾ ਹਿਰਦਾ ਤੇ ਗੁਰਸਿੱਖ ਦਾ ਚਿਹਰਾ ਖੜਾਓ ਵਿੱਚ ਆਉਂਦਾ ਹੈ, ਵਿਗਾਸ ਆਉਂਦਾ ਉਹਦੇ ਵਿੱਚ। ਹਾਂਜੀ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਪਰਮਾਤਮਾ ਮੈਂ ਤੇਰੇ ਸੇਵਕਾਂ ਦਾ ਸੇਵਕ ਹੋ ਕੇ ਵੀ ਵਰਤਣ ਲਈ ਤਿਆਰ। ਮੈਂ ਚਾਹੁੰਦਾ, ਮੈਂ ਤੇਰੇ ਦਰ ਤੇ ਬੇਨਤੀਆਂ ਕਰਦਾ। ਹਾਂਜੀ। ਨਾਨਕ ਕੀ ਬੇਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ। ਮੇਰੀ ਨਾਨਕ ਦੀ ਬੇਨਤੀ ਇਹ ਹੈ ਕਿ ਮੇਰੇ ਤੇ ਕਿਰਪਾ ਕਰੋ, ਮੈਨੂੰ ਪਰਮਾਤਮਾ ਨਾਲ ਮਿਲਾ ਦਿਓ, ਮੈਨੂੰ ਗੁਰੂ ਨਾਲ ਮਿਲਾ ਦਿਓ। ਗੁਰ ਮਿਲ ਗੁਰ ਸੁਖ ਪਾਈ। ਜਿਹੜਾ ਗੁਰੂ ਨੂੰ ਮਿਲ ਲਵੇਗਾ, ਗੁਰੂ ਦੇ ਦਰ ਤੋਂ ਸੁਖ ਪ੍ਰਾਪਤ ਕਰੇਗਾ। ਹਾਂਜੀ। ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝ ਹੈ ਧਿਆਈ। ਤੂੰ ਗੁਰੂ ਵੀ ਆਪ ਹੈ, ਚੇਲਾ ਵੀ ਆਪ ਹੈ, ਤੇ ਤੂੰ ਆਪ ਹੀ ਵਿੱਚ ਵਿਚੋਲਾ ਬਣ ਕੇ ਤੂੰ ਉਸ ਪਰਮਾਤਮਾ ਦਾ ਆਰਾਧਨ ਕਰਵਾਉਣ ਵਾਲਾ ਹੈ। ਹਾਂਜੀ। ਜੋ ਤੁਧ ਸੇਵੈ ਹੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ ਰਖਾਈ। ਤੂੰ ਆਪ ਹੀ ਸਭ ਕੁਝ ਹੈ। ਜੋ ਤੁਧ ਸੇਵੈ, ਜਿਹੜੀ ਤੇਰੀ ਸੇਵਾ ਕਰਦੇ ਨੇ, ਸੋ ਤੂੰ ਹੈ ਹੋਵੇਂ, ਉਹ ਤੇਰੇ ਵਰਗੇ ਹੋ ਜਾਂਦੇ ਨੇ, ਤੇ ਤੂੰ ਆਪਣੇ ਸੇਵਕਾਂ ਦੀ ਲੱਜ ਪੱਤ ਰੱਖਦਾ ਹੈ। ਹਾਂਜੀ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਪਰਮਾਤਮਾ ਤੇਰੇ ਭੰਡਾਰ ਭਗਤੀ ਦੇ ਨਾਲ ਭਰੇ ਹੋਏ ਨੇ, ਪਰ ਜਿਹਨੂੰ ਤੂੰ ਦੇਵੇਂਗਾ, ਭਗਤੀ ਕਰੇਗਾ ਉਹੀ, ਪਾਠ ਕਰੇਗਾ ਉਹੀ, ਸਾਰੇ ਨਹੀਂ ਕਰ ਸਕਣਗੇ। ਹਾਂਜੀ। ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨਿਹ ਫਲ ਸਭ ਚਤੁਰਾਈ। ਜਿਸ ਨੂੰ ਤੂੰ ਦਾਤ ਦੇਵੇਂਗਾ ਉਹ ਪ੍ਰਾਪਤ ਕਰੇਗਾ, ਬਾਕੀ ਸਾਰੀਆਂ ਅਕਲਾਂ ਚਤਰਾਈਆਂ ਸਿਆਣਪਾਂ ਵਿਅਰਥ ਨੇ। ਹਾਂਜੀ। ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ। ਮੈਂ ਕੋਸ਼ਿਸ਼ ਕਰਦਾ ਆਪਣੇ ਸੁੱਤੇ ਮਨ ਨੂੰ ਜਗਾਉਣ ਦੀ, ਦਿਨ ਰਾਤ ਮੈਂ ਆਪਣੇ ਗੁਰੂ ਨੂੰ ਸਿਮਰਦਾ। ਹਾਂਜੀ।
ਇਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਮੈਂ ਨਾਨਕ ਤੇਰੇ ਦਰ ਤੋਂ ਇੱਕ ਦਾਨ ਮੰਗਦਾ, ਮੈਨੂੰ ਆਪਣੇ ਸੇਵਕਾਂ ਦਾ ਸੇਵਕ, ਮੈਨੂੰ ਆਪਣੇ ਸਿੱਖਾਂ ਦਾ ਸੇਵਕ ਬਣਾ ਲੈ। ਹਾਂਜੀ, ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰੂ ਝਿੜਕਦਾ ਵੀ ਹੈ ਤੇ ਮਿੱਠਾ ਲੱਗਦਾ, ਜੇ ਬਖਸ਼ ਦਿੰਦਾ ਹੈ ਤੇ ਤਾਂ ਉਹਦੀ ਵਡਿਆਈ ਹੈ ਹੀ ਹੈ। ਗਿਆਨੀ ਜੀ, ਤੁਹਾਡੇ ਗ੍ਰੰਥੀ ਸਿੰਘਾਂ ਨੂੰ ਹੁਕਮਨਾਮਾ ਲੈਣਾ ਨਹੀਂ ਆਉਂਦਾ। ਮੈਂ ਕੀ ਹੋਇਆ, ਅਸੀਂ ਗਏ ਗੁਰਦੁਆਰੇ, 9ਵੇਂ ਪਾਤਸ਼ਾਹ ਦਾ ਹੁਕਮਨਾਮਾ ਲਿਖਿਆ ਸੀ। ਮਤਲਬ ਇਹੋ ਜਿਹੇ ਵੀ ਸਿੱਖ ਹੈਗੇ ਨੇ, ਉਹ ਸਮਝਦੇ ਵੀ 9ਵੇਂ ਪਾਤਸ਼ਾਹ ਦੀ ਬਾਣੀ ਅੱਛੀ ਨਹੀਂ ਹੈ, ਤੇ ਜਿਹਨੇ ਹੁਕਮਨਾਮਾ ਕੱਢਿਆ ਉਹ ਤੇ ਗ੍ਰੰਥੀ ਬਿਲਕੁਲ ਹੀ ਅੱਛਾ ਨਹੀਂ ਹੈ। ਤੁਸੀਂ ਕਹੀ ਜਾਓ ਲੋਕਾਂ ਨੂੰ ਜੀ ਬੜੀ ਚੜ੍ਹਦੀ ਕਲਾ ਜੀ, ਕੌਮ ਦੀ ਬੜੀ ਚੜ੍ਹਦੀ ਕਲਾ ਜੀ, ਕਹੀ ਜਾਓ ਜੋ ਮਰਜ਼ੀ ਕਹੀ ਜਾਓ। ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤਰ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਕਹੀ ਜਾਓ ਕੀ ਫਰਕ ਪੈਂਦਾ ਹੈ, ਪਰ ਤੁਹਾਡੀ ਹਕੀਕਤ ਇਹ ਹੈ ਕਿ ਤੁਹਾਨੂੰ 9ਵੇਂ ਪਾਤਸ਼ਾਹ ਦਾ ਹੁਕਮਨਾਮਾ ਵੀ ਚੰਗਾ ਨਹੀਂ ਲੱਗਦਾ। ਜੇ ਗੁਰ ਝਿੜਕੇ ਤਾਂ ਮੀਠਾ ਲੱਗ ਗਿਆ, ਕੀ ਕਹੂਗਾ ਗੁਰੂ? ਇਹੀ ਕਹਿੰਦਾ ਨਾ ਕਿ ਭਾਈ ਤੂੰ ਪਰਮਾਤਮਾ ਦੀ ਭਗਤੀ ਕਰ। ਹਾਂਜੀ, ਗੁਰਮੁਖ ਬੋਲੈ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨ ਪਾਈ। ਜੋ ਗੁਰਮੁਖ ਬੋਲਦੇ ਨੇ ਪ੍ਰਵਾਨ ਹੁੰਦਾ, ਜਿਹੜਾ ਜੋ ਮਨਮੁਖ ਬੋਲਦੇ ਨੇ ਉਹ ਤਾਂ ਵਿਅਰਥ ਹੈ, ਰੱਬ ਸੁਣਦਾ ਹੀ ਨਹੀਂ। ਹਾਂਜੀ, ਪਾਲਾ ਕੱਕਰ ਬਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਈ। ਸਵਾਲ ਠੰਡ ਦਾ ਨਹੀਂ, ਕੱਕਰ ਦਾ ਨਹੀਂ, ਬਰਫ਼ ਦਾ ਨਹੀਂ, ਜਿਹੜਾ ਗੁਰੂ ਦਾ ਸਿੱਖ ਹੈ ਉਹਨੇ ਤਾਂ ਗੁਰੂ ਦੇ ਦਰਸ਼ਨ ਕਰਨ ਜਾਣਾ ਹੀ ਜਾਣਾ ਹੈ। ਹਾਂਜੀ, ਸਭ ਦਿਨ ਸਰੈਨ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਈ। ਦਿਨ ਰਾਤ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ, ਮੈਂ ਚਾਹੁੰਦਾ ਵਿੱਚ ਅੱਖੀ ਗੁਰ ਪੈਰ ਧਰਾਈ, ਮੇਰੀਆਂ ਅੱਖਾਂ ਵਿੱਚ ਗੁਰੂ ਦੇ ਚਰਨ ਟਿਕ ਜਾਣ। ਹਾਂਜੀ, ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ। ਅਨੇਕਾਂ ਉਪਾਵ ਗੁਰੂ ਦੇ ਕਾਰਨ ਸਿੱਖ ਕਰਦੇ ਨੇ, ਪਰ ਗੁਰ ਭਾਵੈ ਸੋ ਥਾਏ ਪਾਈ। ਜੇ ਗੁਰੂ ਨੂੰ ਭਾਉਂਦੇ ਨੇ, ਪ੍ਰਵਾਨ ਹੁੰਦੇ ਨੇ, ਤੇ ਸੇਵਾ ਪ੍ਰਵਾਨ ਹੋ ਜਾਂਦੀ ਹੈ, ਪ੍ਰਵਾਨ ਚੜ ਜਾਂਦੀ ਹੈ। ਹਾਂਜੀ, ਰੈਨ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ। ਦਿਨ ਰਾਤ ਮੈਂ ਗੁਰੂ ਦੇ ਚਰਨਾਂ ਦੀ ਆਰਾਧਨਾ ਕਰਾਂ, ਹੇ ਦਾਤਾ ਮੇਰੇ ਤੇ ਮਿਹਰ ਕਰ, ਦਇਆ ਕਰ। ਹਾਂਜੀ, ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਮੇਰਾ ਨਾਨਕ ਦਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਮੈਂ ਤਾਂ ਗੁਰੂ ਨੂੰ, ਗੁਰੂ ਦੇ ਹੀ ਦਰਸ਼ਨ ਕਰਕੇ ਤ੍ਰਿਪਤ ਹੁੰਦਾ। ਹਾਂਜੀ, ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਮੇਰਾ ਨਾਨਕ ਦਾ ਜਿਹੜਾ ਪ੍ਰਭੂ ਹੈ ਉਹ ਤੇ ਹਰ ਥਾਂ ਤੇ ਰਮਿਆ ਹੋਇਆ ਹੈ, ਹਰ ਥਾਂ ਤੇ ਉਹ ਰਮਿਆ ਹੋਇਆ ਹੈ, ਉਹ ਪੂਰਿਆ ਹੋਇਆ ਹੈ, ਹਰ ਥਾਂ ਤੇ ਵਸਿਆ ਹੋਇਆ। ਕੋਈ ਥਾਂ ਹੈ ਹੀ ਨਹੀਂ ਜਿੱਥੇ ਉਹ ਪਰਮਾਤਮਾ ਨਹੀਂ ਹੈ। ਸਿਰਫ ਉਹਦੇ ਦੀਦਾਰ ਕਰਨ ਵਾਸਤੇ ਇਹ ਸਾਰੀਆਂ ਬੇਨਤੀਆਂ ਕੀਤੀਆਂ ਨੇ। ਇੰਨੇ ਇੱਕ ਬਚਨ ਪ੍ਰਵਾਨ ਕਰਨਾ, ਸਮਾਂ ਬਹੁਤ ਹੋ ਗਿਆ ਹੈ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਇਹ 2 ਸ਼ਬਦ ਬੋਲਣ ਦੀ ਦਾਤ ਬਖਸ਼ੀ। ਆਪ ਸੰਗਤ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਵਾਏ ਨੇ। ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਬਖਸ਼ਣ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ 2 ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ, ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।